91 ਨੰਬਰ ਸ਼ਲੋਕ ਅੰਦਰ ਭਗਤ ਜੀ ਫਰਮਾਨ ਕਰਦੇ ਹਨ, ਕਬੀਰ ਏਕ ਮਰੰਤੇ ਦੋਏ ਮੂਏ, ਦੋਏ ਮਰੰਤ ਹੈ ਚਾਰ, ਚਾਰ ਮਰੰਤ ਹੈ ਛੇ ਮੂਏ, ਚਾਰ ਪੁਰਖ ਦੋਏ ਨਾਰ। ਇਹ ਸ਼ਲੋਕ ਥੋੜਾ ਕਠਿਨ ਹੈ, ਇਸੇ ਲਈ ਇਹਨਾਂ ਪਾਵਨ ਬਚਨਾਂ ਦੇ ਅਰਥ ਕਰਨ ਵੇਲੇ ਵੀ ਹਰ ਵਿਅਕਤੀ ਨੂੰ ਮੁਸ਼ਕਿਲ ਆਈ ਹੈ ਤੇ ਖਾਨਾ ਪੂਰੀ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਵੀ ਕੜੀਆਂ ਗਈਆਂ ਨੇ। ਕਿਸੇ ਹਿਰਨੀ ਦਾ ਸ਼ਿਕਾਰ ਕਰਨਾ, ਉਸ ਦੇ ਪੇਟ ਦੇ ਬੱਚਿਆਂ ਦਾ ਮਰ ਜਾਣਾ, ਸ਼ਿਕਾਰੀ ਦਾ ਮਰਨਾ ਜਾਂ ਉਸ ਦੀ ਪਤਨੀ ਦੀ ਮੌਤ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਾਲ ਘਰ ਪੂਰਾ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ। ਪਰ ਇਸ ਸੰਬੰਧ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜੋ ਟੁਬਕੀ ਲਗਾਈ ਹੈ ਉਹ ਕੀਮਤੀ ਹੈ, ਕਿਉਂਕਿ ਭਗਤ ਕਬੀਰ ਜੀ ਦੇ ਹੀ ਸ਼ਲੋਕਾਂ ਦੀ ਜੋ ਲੜੀ ਚੱਲ ਰਹੀ ਹੈ ਉਸ ਵਿੱਚ ਇਹਨਾਂ ਸਭਨਾਂ ਦਾ ਜ਼ਿਕਰ ਆਉਂਦਾ ਹੈ। ਸ਼ਲੋਕ ਨੰਬਰ 81 ਤੋਂ ਬਾਅਦ 99 ਤੱਕ ਇਹਨਾਂ ਛਿਆਂ ਦੀ ਹੀ ਚਰਚਾ ਹੈ। ਉਸੇ ਨੂੰ ਆਧਾਰ ਬਣਾ ਕੇ ਆਪਾਂ ਇਸ ਸ਼ਲੋਕ ਦੀ ਵਿਚਾਰ ਕਰਨ ਦਾ ਯਤਨ ਕਰਨਾ ਹੈ। ਇਹ ਸਪਸ਼ਟ ਕੀਤਾ ਹੈ ਭਗਤ ਕਬੀਰ ਜੀ ਨੇ ਕਿ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ। ਮਨੁੱਖਾ ਜ਼ਿੰਦਗੀ ਦਾ ਇਹ ਬਹੁਤ ਵੱਡਾ ਲਾਹਾ ਹੈ। ਲਾਹਾ ਇਸ ਲਈ ਕਿ ਮਕਸਦ ਹੈ, ਏਮ ਹੈ, ਨਿਸ਼ਾਨਾ ਹੈ ਇਨਸਾਨ ਦਾ ਭਗਵਾਨ ਨਾਲ ਇੱਕ ਹੋਣਾ। ਇੱਕ ਹੋਣ ਵਾਸਤੇ ਇਹ ਸ਼ਰਤ ਲਾਜ਼ਮੀ ਹੈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਬੂੰਦ ਵੀ ਸਾਗਰ ਨਾਲ ਤਾਂ ਹੀ ਇੱਕ ਹੋ ਸਕਦੀ ਹੈ ਜੇ ਉਸ ਵਿੱਚ ਪਾਣੀ ਵਾਲਾ ਗੁਣ ਧਰਮ ਹੈ। ਅਗਰ ਬੂੰਦ ਵਿੱਚ ਉਹ ਪਾਣੀ ਵਾਲੀ ਖੂਬੀ ਨਾ ਹੁੰਦੀ, ਬੂੰਦ ਹੁੰਦੀ ਟੁਕੜਾ ਪੱਥਰ ਦਾ, ਤਾਂ ਉਹ ਪਾਣੀ ਨਾਲ ਸਾਗਰ ਨਾਲ ਅਭੇਦ ਨਾ ਹੋ ਸਕਦੀ। ਉਹ ਗੁਣ ਧਰਮ ਨਹੀਂ, ਉਹ ਸੁਭਾਅ ਨਹੀਂ। ਰੱਬੀ ਗੁਣ ਗਾਵਿਆਂ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਇਹ ਪਰਮਾਤਮਾ ਦੀਆਂ ਖੂਬੀਆਂ ਨੇ ਤੇ ਭਗਤੀ ਦੇ ਮਾਰਗ ਦੀ ਇਹ ਇੱਕ ਬੜੀ ਵੱਡੀ ਪ੍ਰਾਪਤੀ ਹੈ। ਜੈਸਾ ਸੇਵੈ ਤੈਸੋ ਹੋਏ। ਜਿਸ ਦੀ ਪੂਜਾ ਕਰਦੇ ਹੋ, ਅਗਰ ਦਿਲ ਲਗਾ ਕੇ ਕਰਦੇ ਹੋ ਤਾਂ ਉਸ ਵਾਲੇ ਗੁਣ ਤੁਹਾਡੀ ਜ਼ਿੰਦਗੀ ਵਿੱਚ ਆ ਜਾਂਦੇ ਨੇ। ਰੱਬੀ ਗੁਣ ਗਾਉਂਦਿਆਂ ਗਾਉਂਦਿਆਂ ਆਪਣੇ ਜੀਵਨ ਵਿੱਚ ਵੀ ਉਹ ਖੂਬੀਆਂ ਭਰ ਜਾਂਦੀਆਂ ਨੇ। ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਨੂੰ ਜਪਦੇ ਰਹੋਗੇ, ਰੱਬੀ ਗੁਣ ਨੂੰ ਯਾਦ ਕਰੋਗੇ, ਨਿਰਭਉ ਨੂੰ, ਤਾਂ ਨਿਰਭਉਤਾ ਤੁਹਾਡੀ ਜ਼ਿੰਦਗੀ ਵਿੱਚ ਵੀ ਆ ਜਾਏਗੀ। ਨਿਰਵੈਰ ਦੀ ਯਾਦ ਵਿੱਚ ਜੁੜਿਆਂ ਦੇਰ ਅਬੇਰ ਸਹੀ, ਆਪਣੇ ਅੰਦਰੋਂ ਵੀ ਵੈਰ ਦੀ ਭਾਵਨਾ ਮੁੱਕ ਜਾਏਗੀ। ਜਿਵੇਂ ਜਿਵੇਂ ਇਹਨਾਂ ਗੁਣਾਂ ਨਾਲ ਭਰਦੇ ਜਾਵਾਂਗੇ, ਉਤਨੀ ਪ੍ਰਮਾਤਮਾ ਦੀ ਨੇੜਤਾ ਬਣਦੀ ਜਾਵੇਗੀ,
ਤੋ ਗੁਣ ਗਾਇਨ ਕਰਨ ਦਾ ਕੋਈ ਪਰਮਾਤਮਾ ਨੂੰ ਲਾਭ ਨਹੀਂ ਕਿ ਮਨੁੱਖ ਗਾਉਂਦਾ ਹੈ ਤੇ ਰੱਬ ਨੂੰ ਕੋਈ ਫਾਇਦਾ ਪਹੁੰਚਦਾ ਹੈ। ਆਪਣੀ ਜ਼ਿੰਦਗੀ ਸਵਾਰਨ ਦੀ ਇੱਕ ਜੁਗਤ ਹੈ ਇਹ। ਕਦੀ ਵੀ ਭੁੱਲ ਕੇ ਵੀ ਐਸਾ ਨਹੀਂ ਸੋਚਣਾ ਕਿ ਜੇ ਪ੍ਰਮਾਤਮਾ ਦੇ ਬਹੁਤ ਗੁਣ ਅਸੀਂ ਗਾਉਂਦੇ ਹਾਂ ਤਾਂ ਉਸ ਦੀਆਂ ਸਿਫਤਾਂ ਦਾ ਕੋਈ ਅੰਤ ਆ ਜਾਵੇਗਾ। ਨਾ ਕੋਈ ਅੰਤ ਪਾ ਸਕਿਆ ਹੈ, ਨਾ ਪਾ ਸਕੇਗਾ, ਨਾ ਪਾ ਸਕਦਾ ਹੈ। ਲੇਕਿਨ ਰੱਬੀ ਗੁਣ ਗਾਉਂਦਿਆਂ ਗਾਉਂਦਿਆਂ ਜਿਹੜੇ ਮਨ ਅੰਦਰ ਔਗਣ ਸਨ ਹੋਂ ਲੈ ਕੇ ਜੋ ਇਹ ਖੜੋਤਾ ਸੀ, ਉਹ ਅਹੰਕਾਰ ਆਦਿਕ ਸਾਰੇ ਵਿਕਾਰ ਮਿਟ ਜਾਂਦੇ ਨੇ। ਇਸ ਨੂੰ ਧਾਰਮਿਕ ਲੋਕ ਆਖਦੇ ਨੇ ਮਨ ਦੀ ਮੌਤ ਹੋ ਜਾਂਦੀ ਹੈ, ਮਨ ਮਰ ਜਾਂਦਾ ਹੈ। ਸੀ ਇਹ ਜੀਓ ਰੂਪ ਸਮੁੰਦਰ ਦੀ ਇੱਕ ਲਹਿਰ ਹੀ ਲਹਿਰ ਸਮਾਪਤ ਹੋ ਗਈ। ਉਹ ਲਹਿਰਾਂ ਹੀ ਤੂਫਾਨ ਬਣੀਆਂ ਹੋਈਆਂ ਸਨ। ਵਿਕਾਰਾਂ ਵੱਲੋਂ ਰੁਕ ਗਿਆ, ਸਮਝੋ ਮਨ ਮਰ ਗਿਆ। ਇੱਕ ਮਨ ਦੇ ਮਰ ਜਾਣ ਨਾਲ ਫਿਰ ਅਗਾਂਹ ਇੱਕ ਖੇਡ ਵਰਤਦੀ ਹੈ। ਇਹ ਮਨ ਹੀ ਸੀ ਜੋ ਆਖਦਾ ਸੀ ਮੈਂ ਉੱਚੀ ਕੁਲ ਦਾ। ਜੀਓ ਨੂੰ ਗਹਿਰਾਈ ਤੱਕ ਕੋਈ ਵੀ ਆਦਮੀ ਪੜ੍ਹੇ ਤਾਂ ਉਹ ਜ਼ਾਤ ਪਾਤ ਦੇ ਭੇਦਾਂ ਤੋਂ ਉੱਪਰ ਉੱਠ ਜਾਏ। ਸਭ ਪਰਮਾਤਮਾ ਦੇ ਬੰਦੇ ਹਨ। ਕਬੀਰ ਜੀ ਦਾ ਕਥਨ ਹੈ ਕਿ ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਥੇ ਕੌਣ ਚੰਗਾ ਕੌਣ ਬੁਰਾ, ਕੌਣ ਊਚ ਤੇ ਕੌਣ ਨੀਚ। ਬਾਹਰੋਂ ਦੇਖੋਗੇ ਸਾਰੇ ਪੰਜ ਤੱਤਾਂ ਦੇ ਹੀ ਪੁਤਲੇ ਹਨ। ਜੋਤ ਦੇ ਪੱਖ ਤੋਂ ਦੇਖੋਗੇ ਤਾਂ ਜੋਤ ਇੱਕ ਨਿਰੰਕਾਰ ਦੀ ਹੀ ਵਰਤਦੀ ਹੈ। ਮਨ ਦੇ ਮਰਦਿਆਂ ਹੀ ਸਭ ਤੋਂ ਪਹਿਲਾਂ ਸੰਸਾਰ ਵਿੱਚ ਬੰਦੇ ਅੰਦਰੋਂ ਜ਼ਾਤ ਅਭਿਮਾਨ ਮਰ ਜਾਂਦਾ ਹੈ। ਜ਼ਾਤ ਪਾਤ ਦਾ ਅਹੰਕਾਰ ਬਚਣ ਦਾ ਕੋਈ ਪ੍ਰਸ਼ਨ ਹੀ ਨਹੀਂ। ਇਹ ਸਮਝ ਪੈ ਜਾਂਦੀ ਹੈ ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਜਾਤੀ ਦਾ ਕਿਆ ਹੱਥ, ਸੱਚ ਪਰਖੀਐ। ਪੰਚਮ ਪਾਤਸ਼ਾਹ ਜੀ ਦਾ ਫਰਮਾਨ ਹੈ, ਵੱਡੇ ਵੱਡੇ ਜੋ ਦੁਨੀਆਦਾਰ, ਕਾਹੂ ਕਾਜ ਨਾਹੀਂ ਗਾਵਾਰ। ਹਰ ਕਾ ਦਾਸ ਨੀਚ ਕੁਲ ਸੁਣਹਿ, ਤਿਸ ਕੈ ਸੰਗ ਖਿਨ ਮਹਿ ਉਧਰਹਿ। ਸਾਰੀ ਦੁਨੀਆ ਭਾਵੇਂ ਨੀਚ ਆਖਦੀ ਹੋਵੇ, ਪਰ ਕੋਈ ਹਰੀ ਦਾ ਦਾਸ ਬਣ ਗਿਆ ਹੋਵੇ, ਉਸ ਦੀ ਸੰਗਤ ਕਰੀ, ਪਲਾਂ ਵਿੱਚ ਉਧਾਰ ਹੋ ਜਾਏਗਾ ਜ਼ਿੰਦਗੀ ਦਾ। ਹਮੇਸ਼ਾ ਚੇਤੇ ਰੱਖੀ, ਆਗੈ ਜ਼ਾਤ ਰੂਪ ਨ ਜਾਏ, ਤੇਹਾ ਹੋਵੈ ਜਿਹੇ ਕਰਮ ਕਮਾਏ। ਜਿਹੋ ਜਿਹੇ ਅਸੀਂ ਕਰਮ ਕਮਾਉਂਦੇ ਹਾਂ, ਵੈਸਾ ਫਲ ਭੋਗਦੇ ਹਾਂ, ਵੈਸੇ ਬਣ ਜਾਂਦੇ ਹਾਂ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਜਿੱਥੇ ਹੋਰ ਅਨੇਕਾਂ ਸੰਗਤਾਂ ਆਉਂਦੀਆਂ ਸਨ, ਉੱਥੇ ਇੱਕ ਭੱਲਿਆਂ ਦੀ ਜਮਾਤ ਵੀ ਆਈ ਤੇ ਮਨ ਵਿੱਚ ਇੱਕ ਅਹੰਕਾਰ ਹੈ
ਕਿ ਅਸੀਂ ਬਾਕੀ ਸੰਗਤਾਂ ਨਾਲੋਂ ਵਿਸ਼ੇਸ਼ ਹਾਂ। ਵਿਸ਼ੇਸ਼ ਇਸ ਵਾਸਤੇ ਹਾਂ ਕਿ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਵੀ ਭੱਲਿਆਂ ਦੀ ਕੁਲ ਵਿੱਚ ਹੋਇਆ, ਅਸੀਂ ਵੀ ਭੱਲੇ ਹਾਂ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਇਹ ਮਨੁੱਖ ਦੀ ਬੜੀ ਅਜੀਬ ਜਿਹੀ ਆਦਤ ਹੈ ਕਿ ਮਸ਼ੱਕਤ ਕੋਈ ਕਰੇ, ਮਾਣ ਇਹ ਕਰਦਾ ਹੈ, ਆਪ ਕੁਝ ਕਰਨਾ ਨਹੀਂ। ਤੇ ਸਤਿਗੁਰੂ ਜੀ ਦੇ ਪਾਸ ਬੈਠ ਕੇ ਵੀ ਇਹਨਾਂ ਨੇ ਚਰਚਾ ਇਹੀ ਸ਼ੁਰੂ ਕਰ ਲਈ ਕਿ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ। ਸਤਿਗੁਰੂ ਜੀ ਨੇ ਆਖਿਆ, ਪ੍ਰਮਾਤਮਾ ਦਾ ਦਰ ਤਾਂ ਨਿਮਾਣਿਆਂ ਦਾ ਮਾਣ ਹੈ। ਤੁਸੀਂ ਕਿਸ ਗੱਲ ਤੇ ਮਾਣ ਮਹਿਸੂਸ ਕਰਦੇ ਹੋ? ਆਖਣ ਲੱਗੇ, ਤੁਸੀਂ ਵੀ ਭੱਲੇ, ਅਸੀਂ ਵੀ ਭੱਲੇ। ਹਜ਼ੂਰ ਨੇ ਫਰਮਾਇਆ, ਜ਼ਾਤ ਪਾਤ ਗੁਰ ਕੀ ਨਹ ਕੋਏ। ਗੁਰੂ ਨਾਨਕ ਦੇ ਦਰ ਤੇ ਜ਼ਾਤ ਪਾਤ ਦਾ ਕੋਈ ਸਵਾਲ ਨਹੀਂ। ਮੈਂ ਇਹਨਾਂ ਗੱਲਾਂ ਤੋਂ ਮੁਕਤ ਹੋ ਗਿਆ। ਪ੍ਰਭੂ ਦੇ ਗੁਣ ਗਾਇਆ ਮਨ ਮਰਦਾ ਹੈ, ਮਨ ਮਰਦਿਆਂ ਹੀ ਜ਼ਾਤ ਅਭਿਮਾਨ ਮਿਟ ਜਾਂਦਾ ਹੈ। ਜ਼ਾਤ ਅਭਿਮਾਨ ਮਿਟ ਜਾਏ, ਸਮਝੋ ਭਗਵਾਨ ਦੀ ਨੇੜਤਾ ਮਿਲ ਗਈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ ਫਰਮਾਨ ਹੈ। ਉਹ ਕਹਿੰਦੇ ਨੇ, ਹਉਮੈ ਮੇਰਾ ਜ਼ਾਤ ਹੈ, ਅਤਿ ਕ੍ਰੋਧ ਅਭਿਮਾਨ। ਇਹ ਵੀ ਨਾਲ ਹੀ ਖੜੇ ਰਹਿੰਦੇ ਨੇ। ਸ਼ਬਦ ਮਰੈ ਤਾਂ ਜ਼ਾਤ ਜਾਏ, ਜੋਤੀ ਜੋਤ ਮਿਲੈ ਭਗਵਾਨ। ਭਗਤ ਕਬੀਰ ਜੀ ਆਖਦੇ ਹਨ, ਮਨ ਮਰਿਆ, ਮਨ ਦੇ ਮਰਦਿਆਂ ਹੀ ਇੱਕ ਹੋਰ ਮਰ ਗਿਆ, ਜ਼ਾਤ ਅਭਿਮਾਨ ਜਾਂਦਾ ਰਿਹਾ, ਜੋਤ ਦੀ ਸਮਝ ਪੈ ਗਈ। ਫਿਰ ਦੋ ਹੋਰ ਮਰ ਗਏ, ਇੱਕ ਇਸਤਰੀ ਇੱਕ ਪੁਰਖ। ਇਸ ਵਿੱਚ ਜਿਵੇਂ ਉਹਨਾਂ ਨੇ ਆਪਣੇ ਸ਼ਲੋਕਾਂ ਵਿੱਚ ਤਰਤੀਬ ਦਿੱਤੀ ਹੈ। ਪਹਿਲਾ ਸੀ ਦੇਹ ਦਾ ਮੋਹ, ਤੇ ਨਾਲ ਇਸ ਦੇ ਤ੍ਰਿਸ਼ਨਾ ਵੀ ਮਰ ਗਈ। ਦੇਹ ਦਾ ਮੋਹ ਕੇਵਲ ਜ਼ਾਤ ਤੱਕ ਸੀਮਿਤ ਨਹੀਂ। ਮਨੁੱਖ ਸਮਾਜਿਕ ਗੱਲਾਂ ਨੂੰ ਹੀ ਮੰਨਦਾ ਰਹੇ, ਸਿਰਜਣਹਾਰ ਦੀ ਮਿਲਾਪ ਦੀ ਜੁਗਤ ਤੋਂ ਖਾਲੀ ਹੋਵੇ। ਕੁੱਲ ਨੀਵੀਂ ਵੀ ਲੋਕ ਆਖਦੇ ਹੋਣ ਤਾਂ ਉਹ ਆਖਦਾ ਹੈ, ਦੇਖੋ ਫਿਰ ਮੈਂ ਬਲਵਾਨ ਤਾਂ ਹਾਂ, ਕਿੰਨਾ ਸਰੀਰ ਮੇਰਾ ਤਾਕਤਵਰ ਹੈ। ਸੁੰਦਰਤਾ ਹੈ ਤਾਂ ਉਸ ਦਾ ਅਹੰਕਾਰ ਹੈ, ਸਰੀਰਕ ਸ਼ਕਤੀ ਹੈ, ਤਾਕਤ ਹੈ ਤਾਂ ਉਸ ਦਾ ਅਭਿਮਾਨ ਹੈ। ਚਾਰ ਚਤੁਰਾਈਆਂ ਪੱਲੇ ਨੇ ਤੇ ਤਿੰਨਾਂ ਦਾ ਗੁਮਾਨ ਹੈ। ਇਹ ਸਰੀਰ ਮੇਰਾ ਹੈ। ਇਹ ਸਰੀਰ ਕਦੀ ਕਿਸੇ ਦਾ ਬਣਿਆ ਨਹੀਂ ਆਖਰਕਾਰ, ਪਰ ਸਾਰੀ ਜ਼ਿੰਦਗੀ ਕੇਵਲ ਇਸੇ ਦੀ ਫਬਾਵਟ ਬਣਾਉਣ ਵਿੱਚ ਹੀ ਲਾ ਦਿੱਤੀ। ਹੋਰ ਖੂਬਸੂਰਤ ਕਿਵੇਂ ਦਿਸਾਂ? ਨੈਚੁਰਲ ਬਿਊਟੀ ਨੂੰ ਛੱਡ ਕੇ ਆਰਟੀਫਿਸ਼ੀਅਲ ਸਾਧਨ ਇਸਤੇਮਾਲ ਕਰਕੇ ਮਨੁੱਖ ਦੇਹ ਦੇ ਮੋਹ ਵਿੱਚ ਫਸਿਆ ਹੋਇਆ ਇਸ ਨੂੰ ਸਜਾਉਣ ਫਬਾਉਣ ਵਿੱਚ ਲੱਗਾ ਹੋਇਆ ਹੈ। ਆਖਰ ਜੇ ਕਿਸੇ ਦਫਨਾ ਦਿੱਤਾ ਤਾਂ ਵੀ ਕੀੜੇ ਖਾ ਗਏ, ਜੇ ਕਿਸੇ ਜੰਗਲ ਵਿੱਚ ਸੁੱਟ ਦਿੱਤਾ ਤਾਂ ਜੰਗਲ ਦੇ ਜਾਨਵਰ ਖਾ ਗਏ, ਜੇ ਕਿਸੇ ਨੇ ਜਲਾ ਦਿੱਤਾ ਤਾਂ ਵੀ ਰਾਖ ਹੋ ਗਿਆ। ਸੁੰਦਰ ਤੋਂ ਸੁੰਦਰ, ਖੂਬਸੂਰਤ ਤੋਂ ਖੂਬਸੂਰਤ ਸਰੀਰ ਦਾ ਹਸ਼ਰ ਵੀ ਆਖਰ ਇਹੀ ਹੁੰਦਾ ਹੈ। ਜਿਉਂ ਹੀ ਨਿਰੰਕਾਰ ਨਾਲ ਜੋਤ ਦੀ ਸਮਝ ਬਣ ਆਈ,
ਪ੍ਰਭੂ ਨਾਲ ਮਿਲਾਪ ਬਣਿਆ ਇਸ ਜੀਓ ਦਾ। ਇਸ ਨੂੰ ਪਤਾ ਲੱਗ ਗਿਆ ਕਿ ਇਹ ਸਰੀਰ ਦੇ ਘਰ ਵਿੱਚ, ਇਸ ਸਰਾਮ ਵਿੱਚ ਕੁਝ ਦਿਨ ਰੁਕਣਾ ਹੈ। ਇਸ ਦੀ ਸਾਫ਼ ਸਫਾਈ ਪੂਰੀ ਰੱਖਣੀ ਹੈ। ਲੇਕਿਨ ਮੋਹ ਕੈਸਾ? ਸਰਾਂ ਦਾ ਮੋਹ ਬਣਾ ਕੇ ਕੋਈ ਬੈਠ ਜਾਏ ਤੇ ਮਾਲਕ ਬਣਨ ਦਾ ਯਤਨ ਕਰੇ ਤਾਂ ਉਹ ਮੂਰਖ ਹੈ। ਜਾਂ ਕੋਈ ਮਹਿਮਾਨ ਕਿਸੇ ਦੇ ਘਰ ਗਿਆ ਹੈ, 2-4 ਦਿਨ ਰੁਕਣਾ ਹੈ, ਪਰ ਉਹ ਦਾਅਵਾ ਕਰੇ ਮੈਂ ਮਾਲਕ ਹੋ ਗਿਆ ਹਾਂ, ਇਹ ਮੇਰਾ ਹੀ ਘਰ ਹੈ, ਤਾਂ ਅਸੀਂ ਆਖਾਂਗੇ ਬੜਾ ਪਾਗਲ ਹੈ। ਪਰ ਘਰ ਜਾਣਾ ਆਪਣਾ ਮੂਰਖ ਮਹਿਮਾਨ। ਇਹ ਕਾਇਆ ਪੱਕਾ ਘਰ ਕਿਸੇ ਦਾ ਨਹੀਂ, ਲੇਕਿਨ ਇਸ ਦੇ ਮੋਹ ਵਿੱਚ ਗਰਸਿਆ ਹੋਇਆ ਸੀ। ਮਾਲਕ ਨਾਲ ਜੁੜਦਿਆਂ ਇਹ ਮੋਹ ਵੀ ਮਰ ਗਿਆ, ਦੇ ਅਧਿਆਸ ਜਾਂਦਾ ਰਿਹਾ ਤੇ ਤ੍ਰਿਸ਼ਨਾਵਾਂ ਸਾਰੀਆਂ ਇਸ ਮੋਹ ਵਿੱਚ ਜੁੜੀਆਂ ਹੋਈਆਂ ਸਨ, ਓਤ ਪ੍ਰੋਤ ਸਨ। ਸਾਡੀਆਂ ਜਿੰਨੀਆਂ ਤ੍ਰਿਸ਼ਨਾਵਾਂ ਨੇ, ਕਦੀ ਗੌਰ ਕਰਕੇ ਦੇਖੀਏ, ਇਹਨਾਂ ਸਾਰੀਆਂ ਦੀ ਰਿਲੇਸ਼ਨਸ਼ਿਪ ਸਰੀਰ ਨਾਲ ਹੈ। ਇੰਦਰੀਆਂ ਦੇ ਪ੍ਰਲੋਭਨ ਨੇ। ਜਿੱਧਰ ਖਿੱਚ ਪੈ ਗਈ ਉਧਰ ਦੀ ਦੌੜ ਲੱਗ ਗਈ। ਦੇ ਅਧਿਆਸ ਮਰ ਗਿਆ, ਤ੍ਰਿਸ਼ਨਾ ਵੀ ਮਰ ਗਈ ਤੇ ਕੁੱਲ ਹੋ ਗਏ 4। ਇਹਨਾਂ ਵਿੱਚ 3 ਪੁਰਖ ਨੇ, ਇੱਕ ਨਾਰ ਹੈ ਤ੍ਰਿਸ਼ਨਾ। ਫਿਰ 2 ਹੋਰ ਮਰੇ। ਤ੍ਰਿਸ਼ਨਾ ਨਾ ਰਹੀ ਤਾਂ ਭੈੜੇ ਸੰਗ ਦਾ ਕੋਈ ਮਤਲਬ ਹੀ ਨਹੀਂ। ਮਨੁੱਖ ਜਿਸ ਵੇਲੇ ਤ੍ਰਿਸ਼ਨਾ ਦਾ ਗੁਲਾਮ ਹੁੰਦਾ ਹੈ, ਉਸ ਵੇਲੇ ਕੋਈ ਵੀ ਬੁਰਾਈ ਕਰਨ ਲਈ ਤਿਆਰ ਹੋ ਜਾਂਦਾ ਹੈ। ਕਿਸੇ ਦੀ ਗਰਦਨ ਕੱਟ ਕੇ ਵੀ ਉਸ ਦਾ ਧਨ ਮਾਲ ਮਿਲਦਾ ਹੈ ਤਾਂ ਲੋਕ ਸੰਕੋਚ ਨਹੀਂ ਕਰਦੇ। ਕਿਸੇ ਨੂੰ ਚੋਟ ਪਹੁੰਚਾ ਕੇ ਦੁਖੀ ਕਰਕੇ ਵੀ ਮੇਰਾ ਮਸਲਾ ਹੱਲ ਹੁੰਦਾ ਹੈ ਤਾਂ ਕਰ ਲੈਣਾ ਚਾਹੁੰਦਾ ਹੈ ਇਹ ਇਨਸਾਨ। ਲੇਕਿਨ ਜਦੋਂ ਤ੍ਰਿਸ਼ਨਾ ਆਦਿਕ ਤੋਂ ਉੱਪਰ ਉੱਠਿਆ ਹੈ, ਮਾਲਕ ਨਾਲ ਜੁੜ ਗਿਆ ਹੈ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ, ਤ੍ਰਿਸ਼ਨਾ ਰਹਿ ਜਾਣ ਦਾ ਕੋਈ ਸਵਾਲ ਹੀ ਨਹੀਂ। ਔਰ ਤ੍ਰਿਸ਼ਨਾ ਮਨ ਦੀ ਤਿਖਾ ਹੈ। ਮਨ ਦੀ ਤਿਖਾ ਕਦੀ ਕੋਈ ਪੂਰੀ ਕਰ ਸਕਿਆ ਨਹੀਂ। ਲੱਖ ਯਤਨ ਲੋਕ ਕਰਦੇ ਰਹੇ, ਕਿਉਂਕਿ 2 ਤ੍ਰਿਸ਼ਨਾ ਪੂਰੀਆਂ ਹੁੰਦੀਆਂ ਨੇ ਤੇ 20 ਖੜੀਆਂ ਹੋ ਜਾਂਦੀਆਂ ਨੇ। ਉਮਰੇ ਦਰਾਜ मांग कर लाए थे 4 दिन, 2 आरजू में कट गए, 2 इंतजार में। 2 ਦਿਹਾੜੇ ਆਰਜੂ ਵਿੱਚ ਲੰਘ ਗਏ, 2 ਇੰਤਜ਼ਾਰ ਵਿੱਚ ਲੰਘ ਗਏ। ਇਹ ਜ਼ਿੰਦਗੀ ਦੀ ਕਹਾਣੀ ਹੈ। ਪਰ ਮਨ ਕਦੀ ਰੱਜਿਆ ਨਹੀਂ। ਤ੍ਰਿਸ਼ਨਾ ਮਰ ਗਈ। ਕਿਉਂ ਮਾੜੇ ਸੰਗ ਵਿੱਚ ਮਿਲਾਂਗਾ ਮੈਂ, ਕਿ ਚੋਰਾਂ ਦੇ ਸੰਗ ਮਿਲਾਂ, ਕਿ ਠੱਗਾਂ ਦੇ ਸੰਗ ਮਿਲਾਂ। ਰੱਬੀ ਰੰਗ ਅੰਦਰ ਅਨੁਭਵ ਹੋ ਜਾਏ ਤਾਂ ਕੁਸੰਗ ਦਾ ਕੋਈ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ। ਕੁਸੰਗ ਵੱਲ ਲੈ ਕੇ, ਭੈੜੇ ਸੰਗ ਵੱਲ ਲੈ ਕੇ ਵੀ ਆਖਰ ਸਾਡਾ ਮਨ ਜਾਂਦਾ ਹੈ। ਮਨ ਮਰ ਚੁੱਕਾ ਹੈ। ਇਸ ਦੇ ਤ੍ਰਿਸ਼ਨਾ ਦੇ ਜਾਲ ਸਭ ਸਮਾਪਤ ਹੋ ਗਏ ਨੇ। ਹੁਣ ਖਿੱਚ ਹੀ ਨਹੀਂ, ਕੋਈ ਤੰਦ ਹੀ ਨਹੀਂ ਜੋ ਵਿਕਾਰ ਵੱਲ ਨੂੰ ਪ੍ਰੇਰੇ। ਭੈੜੀ ਸੰਗਤ ਤੋਂ ਸਾਧੂ ਹਮੇਸ਼ਾ ਦੂਰ ਹੈ, ਬਲਕਿ ਸਾਧੂ ਦੇ ਪਾਸ ਤਾਂ ਕੋਈ ਬੁਰਾ ਇਨਸਾਨ ਵੀ ਆ ਜਾਏ ਤਾਂ ਉਸ ਨੂੰ ਵੀ ਸਤ ਸੰਗੀ ਬਣਾਉਣ ਦਾ ਯਤਨ ਕਰਦਾ ਹੈ ਸਾਧੂ। ਕੁਸੰਗਤ ਵਿੱਚ ਚੱਲ ਕੇ ਸਾਧੂ ਜਾਏਗਾ, ਇਹ ਤਾਂ ਹੁੰਦਾ ਹੀ ਨਹੀਂ। ਤਾਂ ਕੁਸੰਗ ਵੀ ਮਰ ਗਿਆ, ਨਾਲ ਇੱਕ ਹੋਰ ਇਸਤਰੀ ਨਿੰਦਾ ਵੀ ਮਰ ਗਈ। ਇਸ ਦੀ ਵੀ ਸਮਾਪਤੀ ਹੋ ਗਈ। ਜ਼ਾਤ ਅਭਿਮਾਨ ਗਿਆ, ਸਰੀਰਕ ਮੋਹ ਗਿਆ, ਤ੍ਰਿਸ਼ਨਾ ਗਈ,
ਕੁਸੰਗ ਗਿਆ ਤੇ ਨਾਲ ਹੀ ਨਿੰਦਾ ਵੀ ਚਲੇ ਗਈ। ਨਿੰਦਾ ਕਰਨ ਦਾ ਕੋਈ ਕਾਰਨ ਨਹੀਂ। ਭਗਤ ਕਦੀ ਨਿੰਦਾ ਵਿੱਚ ਰਸ ਨਹੀਂ ਲੈਂਦਾ। ਨਿੰਦਾ ਦੇ ਪਿੱਛੇ ਦਰਅਸਲ ਸਾਡੀ ਮੈਂ ਖੜੋਤੀ ਹੁੰਦੀ ਹੈ। ਜਿੰਨਾ ਦੂਜੇ ਦੀ ਤਸਵੀਰ ਖਰਾਬ ਲੋਕਾਂ ਵਿੱਚ ਦਿਸੇ, ਅਸੀਂ ਸੋਚਦੇ ਹਾਂ ਓਨਾ ਮੈਂ ਬਿਹਤਰ ਹਾਂ। ਜਿਸ ਅੰਦਰ ਅਭਿਮਾਨ ਨਹੀਂ, ਉਹ ਮਨੁੱਖ ਕਦੀ ਕਿਸੇ ਦੀ ਨਿੰਦਾ ਨਹੀਂ ਕਰੇਗਾ। ਹੋਰ ਨਿੰਦਾ ਵਿੱਚੋਂ ਮਿਲਦਾ ਸਾਨੂੰ ਕੀ ਹੈ? ਕੇਵਲ ਇੰਨਾ ਇੱਕ ਭਰੋਸਾ ਕਿ ਮੇਰੇ ਵਿੱਚ ਇਹ ਔਗਣ ਨਹੀਂ ਤੇ ਦੂਜੇ ਵਿੱਚ ਹਨ। ਜਿੰਨੇ ਵਧਾ ਚੜਾ ਕੇ ਪੇਸ਼ ਕਰ ਦਈਏ, ਪ੍ਰਚਾਰ ਕਰ ਦਈਏ ਲੋਕਾਂ ਵਿੱਚ, ਦੂਜੇ ਦੀ ਤਸਵੀਰ ਧੁੰਦਲੀ ਕਰ ਰਹੇ ਹਾਂ ਤੇ ਭੁਲੇਖਾ ਪੈਦਾ ਹੁੰਦਾ ਹੈ ਮੈਂ ਉਸ ਨਾਲੋਂ ਬਿਹਤਰ ਹਾਂ। ਇਹ ਹੰਕਾਰ ਨੂੰ ਰਸ ਮਿਲਦਾ ਹੈ ਦੂਜੇ ਦੀ ਨਿੰਦਾ ਕਰਕੇ ਕਿ ਮੇਰੇ ਨਾਲੋਂ ਉਹ ਇਨਸਾਨ ਘਟੀਆ ਹੈ। ਲੇਕਿਨ ਇਹ ਇੱਕ ਏਡੀ ਭੈੜੀ ਜੁਗਤ ਮਨ ਨੇ ਅਪਣਾ ਲਈ ਹੈ ਜਿਸ ਵਿੱਚੋਂ ਪ੍ਰਾਪਤੀ ਕੁਝ ਵੀ ਨਹੀਂ, ਨੁਕਸਾਨ ਬਹੁਤ ਹੈ। ਆਦਮੀ ਆਪਣੇ ਔਗਣ ਦੇਖਣੋਂ ਹਟ ਜਾਂਦਾ ਹੈ ਤੇ ਜਿਸ ਨੂੰ ਆਪਣੇ ਘਰ ਦੀ ਗੰਦਗੀ ਦਾ ਅਹਿਸਾਸ ਹੀ ਨਹੀਂ, ਸਫਾਈ ਉਸਨੇ ਕੀ ਕਰਨੀ ਹੈ। ਬੱਚਿਆਂ ਦੀ ਇੱਕ ਕਹਾਣੀ ਹੈ ਪਰ ਸਿਆਣਿਆਂ ਨੂੰ ਵੀ ਮੱਤ ਦੇਣ ਵਾਲੀ। ਆਖਦੇ ਨੇ ਇੱਕ ਦਿਨ ਅਕਬਰ ਦਰਬਾਰ ਵਿੱਚ ਆਇਆ। ਬਹੁਤ ਸਾਰੀਆਂ ਬੱਚਿਆਂ ਦੀਆਂ ਕਹਾਣੀਆਂ ਅਕਬਰ ਤੇ ਬੀਰਬਲ ਨਾਲ ਜੁੜੀਆਂ ਹੋਈਆਂ ਨੇ। ਕਹਾਣੀ ਹੀ ਹੈ ਪਰ ਹੈ ਅਰਥਪੂਰਨ। ਅਕਬਰ ਦਰਬਾਰ ਵਿੱਚ ਆਇਆ। ਪਤਾ ਨਹੀਂ ਮਨ ਵਿੱਚ ਕੀ ਖਿਆਲ ਆਇਆ ਕਿ ਉੱਠ ਕੇ ਖੜਾ ਹੋ ਗਿਆ। ਬੈਠੇ ਹੋਏ ਦਰਬਾਰੀ ਵੀ ਉੱਠ ਖੜੇ ਹੋਏ। ਆਖਣ ਲੱਗਾ ਤੁਸੀਂ ਬੈਠੋ, ਮੈਂ ਇੱਕ ਪ੍ਰਸ਼ਨ ਪਾਉਣਾ ਹੈ ਤੇ ਪ੍ਰਸ਼ਨ ਮੇਰੇ ਉੱਠਣ ਬਿਨ ਪਾਇਆ ਨਹੀਂ ਜਾ ਸਕਦਾ। ਉਸਨੇ ਇੱਕ ਬੋਰਡ ਦੇ ਉੱਪਰ ਜਾਂ ਦੀਵਾਰ ਤੇ ਇੱਕ ਲਕੀਰ ਖਿੱਚ ਦਿੱਤੀ ਜੋ ਸਾਰਿਆਂ ਨੂੰ ਦਿਖਾਈ ਦੇ ਸਕੇ ਤੇ ਸਭਨਾਂ ਦੇ ਅੱਗੇ ਇੱਕ ਪ੍ਰਸ਼ਨ ਪਾ ਦਿੱਤਾ। ਤੁਸੀਂ ਸਾਰੇ ਸਿਆਣੇ ਹੋ, ਵਿਦਵਾਨ ਹੋ, ਮੇਰਾ ਇੱਕ ਮਸਲਾ ਹੈ। ਲਕੀਰ ਤਾਂ ਸਭ ਨੇ ਦੇਖੀ ਪਰ ਮਸਲਾ ਕੀ ਹੋਵੇਗਾ, ਇਸ ਤੋਂ ਹੈਰਾਨ ਸਨ। ਪੁੱਛਿਆ ਗਿਆ ਕੀ ਮਸਲਾ ਹੈ ਤੇ ਅਸੀਂ ਕੀ ਸੇਵਾ ਕਰ ਸਕਦੇ ਹਾਂ। ਅਕਬਰ ਨੇ ਆਖਿਆ ਮੇਰੀ ਤਮੰਨਾ ਹੈ ਕਿ ਇਹ ਜੋ ਲਕੀਰ ਮੈਂ ਖਿੱਚੀ ਹੈ ਇਸ ਨੂੰ ਛੋਟੀ ਕਰਨਾ ਹੈ। ਸੁਭਾਵਕ ਸਾਰਿਆਂ ਦਾ ਜਵਾਬ ਸੀ ਛੋਟੀ ਕਰਨਾ ਕੋਈ ਮੁਸ਼ਕਿਲ ਥੋੜੀ ਹੈ। ਥੋੜੀ ਮਿਟਾ ਦਿਓ, ਇੱਕ ਸਾਈਡ ਤੋਂ ਵੀ ਮਿਟਾ ਦਿਓਗੇ ਥੋੜੀ ਤਾਂ ਵੀ ਛੋਟੀ ਹੋ ਜਾਏਗੀ, ਦੋਹਾਂ ਤੋਂ ਥੋੜੀ ਥੋੜੀ ਮਿਟਾ ਦਿਓਗੇ ਤਾਂ ਵੀ ਛੋਟੀ ਹੋ ਜਾਏਗੀ। ਅਕਬਰ ਨੇ ਆਖਿਆ ਇਹ ਮੈਨੂੰ ਵੀ ਪਤਾ ਹੈ, ਲੇਕਿਨ ਮੇਰਾ ਸਵਾਲ ਇਸ ਤੋਂ ਅਗਾਂਹ ਹੈ। ਛੋਟੀ ਵੀ ਕਰਨਾ ਹੈ ਪਰ ਇਸ ਨੂੰ ਟੱਚ ਵੀ ਨਹੀਂ ਕਰਨਾ, ਇਸ ਨੂੰ ਛੇੜਨਾ ਹੀ ਨਹੀਂ, ਡਿਸਟਰਬ ਨਹੀਂ ਕਰਨਾ, ਲੇਕਿਨ ਇਹ ਲਕੀਰ ਛੋਟੀ ਹੋਣੀ ਚਾਹੀਦੀ ਹੈ। ਵੱਡੇ ਵੱਡੇ ਵਿਦਵਾਨਾਂ ਨੂੰ ਵੀ ਤਰੇਲੀਆਂ ਆ ਗਈਆਂ। ਅਸੀਂ ਕਿਉਂਕਿ ਕਹਾਣੀ ਸੁਣੀ ਹੈ ਅੱਜ ਸਾਨੂੰ ਇਹ ਆਸਾਨ ਜਾਪਦੀ ਹੈ ਗੱਲ, ਲੇਕਿਨ ਜਿਨ੍ਹਾਂ ਲਈ ਇਹ ਨਵਾਂ ਪ੍ਰਸ਼ਨ ਸੀ ਉਹ ਸੋਚ ਵਿੱਚ ਪੈ ਗਏ। ਆਪਸ ਵਿੱਚ ਵੀ ਮਸ਼ਵਰਾ ਕਰਨ ਲੱਗੇ ਪਰ ਜਵਾਬ ਕੋਈ ਹੋਰ ਨਾ ਅਹੁੜਿਆ ਸਵਾਏ ਇੱਕ ਦੇ ਕਿ ਬਿਨਾਂ ਛੂਹਣ ਤੋਂ ਇਸ ਨੂੰ ਛੋਟਾ ਨਹੀਂ ਕੀਤਾ ਜਾ ਸਕਦਾ। ਅਕਬਰ ਨੇ ਇੱਕ ਇੱਕ ਨੂੰ ਇਕੱਲੇ ਇਕੱਲੇ ਦਰਬਾਰੀ ਨੂੰ ਪੁੱਛਿਆ। ਸਭ ਦਾ ਜਵਾਬ ਇੱਕੋ ਸੀ,
ਬਾਦਸ਼ਾਹ ਸਲਾਮਤ ਜੇ ਲਕੀਰ ਛੋਟੀ ਕਰਨੀ ਹੈ, ਇਸ ਨੂੰ ਕੁਝ ਮਿਟਾਉਣਾ ਪਵੇਗਾ। ਆਖਿਰ ਵਾਰੀ ਬੀਰਬਲ ਦੀ ਵੀ ਆ ਗਈ। ਬੀਰਬਲ, ਤੂੰ ਦੱਸ। ਉਸਨੇ ਆਖਿਆ, ਬਾਦਸ਼ਾਹ ਸਲਾਮਤ, ਮੈਨੂੰ ਇਸ ਦੀਵਾਰ ਦੇ ਪਾਸ ਆਉਣ ਦੀ ਇਜਾਜ਼ਤ ਚਾਹੀਦੀ ਹੈ। ਅਕਬਰ ਨੇ ਕਿਹਾ, ਮੈਂ ਤੈਨੂੰ ਆਖਿਆ ਹੈ ਇਸ ਲਕੀਰ ਨੂੰ ਛੂਹਣਾ ਨਹੀਂ। ਉਸਨੇ ਕਿਹਾ, ਜੀ ਛੂਹਣ ਦਾ ਮਸਲਾ ਮੈਂ ਰੱਖਿਆ ਵੀ ਨਹੀਂ, ਪਰ ਮੈਨੂੰ ਪਾਸ ਤਾਂ ਆਉਣ ਦਿਓ। ਬੀਰਬਲ ਪਾਸ ਚਲਾ ਗਿਆ ਤੇ ਜਿਸ ਚੀਜ਼ ਨਾਲ ਅਕਬਰ ਨੇ ਲਕੀਰ ਖਿੱਚੀ ਸੀ ਉਹ ਵੀ ਮੰਗ ਲਈ। ਦਰਬਾਰੀ ਹੈਰਾਨ ਸਨ। ਪਲ ਇੱਕ ਨਾ ਲੱਗਾ, ਬੀਰਬਲ ਨੇ ਉਸੇ ਲਕੀਰ ਦੇ ਪੈਰਲਲ ਬਰਾਬਰ ਇੱਕ ਵੱਡੀ ਲਕੀਰ ਖਿੱਚ ਦਿੱਤੀ ਤੇ ਪੁੱਛਣ ਲੱਗਾ, ਬਾਦਸ਼ਾਹ ਸਲਾਮਤ, ਕਿਹੜੀ ਲਕੀਰ ਛੋਟੀ ਹੈ ਤੇ ਕਿਹੜੀ ਵੱਡੀ? ਸੁਭਾਵਕ ਸੀ, ਸਾਹਮਣੇ ਦਿਖਾਈ ਦੇ ਰਹੀ ਹੈ, ਅਕਬਰ ਦੀ ਲਕੀਰ ਛੋਟੀ ਹੋ ਗਈ ਇਸ ਵੱਡੀ ਦੇ ਮੁਕਾਬਲੇ ਤੇ। ਇਸ ਕਹਾਣੀ ਪਿੱਛੇ ਬੜੇ ਅਰਥ ਹਨ। ਅਸੀਂ ਆਪਣੀ ਲਕੀਰ ਖਿੱਚਣ ਦੇ ਥਾਂ, ਜਿਸ ਤੇ ਕਿ ਮਿਹਨਤ ਕਰਨੀ ਪਏਗੀ, ਕੋਈ ਰੰਗ ਵੀ ਚਾਹੀਦਾ ਹੈ, ਕੋਈ ਬੋਰਡ ਵੀ ਚਾਹੀਦਾ ਹੈ, ਜੁਗਤ ਦੀ ਵੀ ਜ਼ਰੂਰਤ ਹੈ। ਉਹ ਘਾਲਣ ਦੇ ਥਾਂ ਦੂਜਿਆਂ ਦੀ ਖਿੱਚੀ ਹੋਈ ਲਕੀਰ ਨੂੰ ਹੀ ਮਿਟਾ ਕੇ ਛੋਟਾ ਕਰਨਾ ਚਾਹੁੰਦੇ ਹਾਂ। ਨਿੰਦਾ ਦਾ ਇਤਨਾ ਹੀ ਅਰਥ ਹੈ। ਸਿਆਣੇ ਪੁਰਸ਼ ਇੰਜ ਨਹੀਂ ਕਰਦੇ। ਉਹ ਆਪਣੀ ਲਕੀਰ ਖਿੱਚਦੇ ਨੇ, ਜ਼ਿੰਦਗੀ ਵਿੱਚ ਉਦਮ ਕਰਦੇ ਨੇ ਔਰ ਅਗਾਂਹ ਵੱਧਦੇ ਨੇ, ਵੱਡੀ ਲਕੀਰ ਖਿੱਚ ਜਾਂਦੇ ਨੇ। ਪਰ ਇਹ ਮਨੁੱਖ ਜਿਸ ਨੂੰ ਖੁਦ ਲਕੀਰ ਖਿੱਚਣ ਦੀ ਜਾਚ ਨਹੀਂ ਜਾਂ ਮੁਸ਼ੱਕਤ ਨਹੀਂ ਕਰਨੀ ਚਾਹੁੰਦਾ, ਉਹ ਨਿੰਦਾ ਨਾਲ ਹੀ ਮਸਲਾ ਹੱਲ ਕਰਨਾ ਚਾਹੁੰਦਾ ਹੈ। ਪਰ ਨਿੰਦਾ ਵਿੱਚੋਂ ਕਦੀ ਕਿਸੇ ਨੇ ਵੀ ਕੁਝ ਵੀ ਖੱਟਿਆ ਨਹੀਂ। ਮਨ ਦੇ ਮਰਦਿਆਂ ਹੀ ਮੈਂ ਮਰੀ, ਜ਼ਾਤ ਦਾ ਅਭਿਮਾਨ ਚਲਾ ਗਿਆ, ਦੇਹ ਦਾ ਮੋਹ ਚਲਾ ਗਿਆ, ਤ੍ਰਿਸ਼ਨਾ ਸਮਾਪਤ ਹੋ ਗਈ, ਕੁਸੰਗਤ ਰਹੀ ਹੀ ਨਾ ਤੇ ਨਿੰਦਿਆ ਵੀ ਸਮਾਪਤ ਹੋ ਗਈ। ਇੰਜ ਮਨ ਦੇ ਮਰਨ ਨਾਲ ਇਹ 5 ਹੋਰ ਮਰ ਗਏ। 4 ਪੁਰਖ 2 ਨਾਰ ਹੋ ਗਏ ਸਾਰੇ। ਕਬੀਰ ਜੀ ਨੇ ਇਸ ਅੰਦਰਲੀ ਅਵਸਥਾ ਦਾ ਜ਼ਿਕਰ ਇਸ ਸ਼ਲੋਕ ਵਿੱਚ ਕੀਤਾ ਹੈ। ਕਬੀਰ ਏਕ ਮਰੰਤੇ ਦੋਏ ਮੂਏ, ਦੋਏ ਮਰੰਤ ਹੈ 4, 4 ਮਰੰਤ ਹੈ 6 ਮੂਏ, 4 ਪੁਰਖ 2 ਨਾਰ। ਇਸ ਤੋਂ ਅਗਲਾ ਸ਼ਲੋਕ ਹੈ, ਕਬੀਰ ਦੇਖ ਦੇਖ ਜਗ ਢੂੰਡਿਆ, ਕਹੂੰ ਨ ਪਾਇਆ ਠੌਰ, ਜਿਨ ਹਰਿ ਕਾ ਨਾਮ ਨ ਚੇਤਿਓ, ਕਹਾਂ ਭੁਲਾਨੇ ਔਰ। ਕਬੀਰ ਸਾਹਿਬ ਕਹਿੰਦੇ ਨੇ, ਮੈਂ ਸਾਰੇ ਸੰਸਾਰ ਨੂੰ ਢੂੰਡ ਕੇ ਵੇਖਿਆ ਹੈ, ਖੋਜ ਖੋਜ ਕੇ ਦੇਖਿਆ ਹੈ, ਉੱਪਰੋਂ ਉੱਪਰੋਂ ਨਹੀਂ, ਖੂਬ ਗਹਿਰਾਈ ਤੱਕ। ਤੇ ਖੋਜਣ ਦੇ ਪਿੱਛੇ ਇੱਕ ਕਾਰਨ ਸੀ। ਮੈਂ ਐਸੀ ਥਾਂ ਲੱਭ ਰਿਹਾ ਸਾਂ, ਐਸਾ ਟਿਕਾਣਾ ਖੋਜ ਰਿਹਾ ਸਾਂ ਜਿੱਥੇ ਮਨ ਭਟਕਣੋਂ ਹਟ ਜਾਏ, ਮਨ ਦੀ ਹਸਤੀ ਮਿਟ ਜਾਏ। ਲੇਕਿਨ ਦੁਨੀਆ ਦੇ ਕਿਸੇ ਪਦਾਰਥ ਵਿੱਚ ਮੈਨੂੰ ਇਹ ਸਮਰੱਥਾ ਨਾ ਦਿਸੀ ਕਿ ਮਨ ਦੀ ਭਟਕਣਾ ਮੁੱਕ ਜਾਏ। ਯਤਨ ਸਾਰੇ ਸੁਚੇਤ ਜਾਂ ਅਚੇਤ ਰੂਪ ਵਿੱਚ ਅਸੀਂ ਕਰਦੇ ਹਾਂ। ਅਗਰ ਆਪਣੀ ਆਪਣੀ ਕੋਸ਼ਿਸ਼ ਨੂੰ ਭਗਤ ਕਬੀਰ ਜੀ ਦੇ ਨਜ਼ਰੀਏ ਨਾਲ ਮਿਲਾ ਕੇ ਦੇਖੀਏ, ਯਤਨ ਸਾਡਾ ਵੀ ਇਹੀ ਹੈ। ਕਦੀ
ਹਜ਼ਾਰਾਂ ਪਾਸ ਸਨ ਤਾਂ ਖਿਆਲ ਸੀ ਅਜੇ ਮਨ ਟਿਕਿਆ ਨਹੀਂ। ਜੇ ਲੱਖਾਂ ਹੁੰਦੇ ਤਾਂ ਫਿਰ ਭਟਕਣ ਦਾ ਕੋਈ ਕਾਰਨ ਨਹੀਂ ਸੀ, ਲੋੜ ਤੋਂ ਵੱਧ ਹੋ ਜਾਂਦੇ। ਲਾਈ ਦੌੜ ਲੱਖਾਂ ਤੇ ਪੁੱਜ ਗਿਆ। ਕੋਈ ਇੱਕ ਵਿਅਕਤੀ ਵੀ ਅਜਿਹਾ ਨਹੀਂ ਮਿਲੇਗਾ ਜਿਸ ਨੇ ਇੰਜ ਦੌੜ ਲਾਈ ਹੋਵੇ ਔਰ ਲੱਖਾਂ ਤੇ ਪਹੁੰਚ ਕੇ ਉਸ ਦਾ ਮਨ ਟਿਕ ਗਿਆ ਹੋਵੇ। ਫਿਰ ਆਖਦਾ ਮਨ ਨਹੀਂ, ਮੇਰੇ ਤੋਂ ਬੜੀ ਦੁਨੀਆ ਅੱਗੇ ਹੈ। ਦੇਖਦਾ ਹੀ ਇਸ ਢੰਗ ਨਾਲ ਹੈ ਕਿ ਉਸਨੂੰ ਮਿਲੀਅਨੇਰ ਹੀ ਦਿਖਾਈ ਦਿੰਦੇ ਨੇ। ਫਿਰ ਦੌੜ ਤੇਜ਼ ਕਰਦਾ ਹੈ, ਨਹੀਂ ਅਜੇ ਮੇਰੀ ਯਾਤਰਾ ਪੂਰੀ ਨਹੀਂ ਹੋਈ। ਮਿਲੀਅਨਸ ਕਮਾ ਲੈਣੇ ਵੀ ਕੋਈ ਬਹੁਤ ਔਖੀ ਗੱਲ ਨਹੀਂ, ਲੱਗੇ ਰਹੋਗੇ ਮੂੜ ਕਮਾ ਲੈਂਦੇ ਨੇ, ਐਡੀ ਵੱਡੀ ਗੱਲ ਨਹੀਂ ਹੈ। ਪਰ ਉੱਥੇ ਪਹੁੰਚ ਕੇ ਵੀ ਕੀ ਮਨ ਟਿਕ ਗਿਆ। ਫਿਰ ਬਿਲੀਅਨਸ ਦੀ ਦੌੜ, ਫਿਰ ਟ੍ਰਿਲੀਅਨਸ ਦੀ ਦੌੜ, ਦੌੜ ਮੁੱਕਦੀ ਹੀ ਨਹੀਂ ਕਿ ਜ਼ਿੰਦਗੀ ਦਾ ਅੰਤ ਆ ਜਾਂਦਾ ਹੈ। ਇਸ ਦੌੜ ਦਾ ਅੰਤ ਨਹੀਂ ਆਉਂਦਾ। ਕਬੀਰ ਜੀ ਕਹਿੰਦੇ ਨੇ, ਮੈਂ ਜੱਗ ਢੂੰਡਿਆ ਹੈ, ਫਰਕ ਕੇਵਲ ਇੰਨਾ ਕਿ ਜਿਸ ਪੜਚੋਲਵੀਂ ਦ੍ਰਿਸ਼ਟੀ ਨਾਲ ਕਬੀਰ ਸਾਹਿਬ ਦੇਖ ਰਹੇ ਨੇ, ਅਸੀਂ ਉਸ ਢੰਗ ਨਾਲ ਦੇਖਦੇ ਨਹੀਂ, ਕੇਵਲ ਦੌੜਦੇ ਹਾਂ। ਫਰਕ ਇੰਨਾ ਹੀ ਹੈ। ਕਬੀਰ ਜੀ ਨੇ ਦੇਖ ਲਿਆ, ਦੌੜਨ ਦੀ ਜ਼ਰੂਰਤ ਨਾ ਰਹੀ। ਜਿਸ ਨੂੰ ਦੇਖਣ ਦੀ ਜਾਚ ਆ ਗਈ, ਉਸ ਦੀ ਦੌੜ ਸਮਾਪਤ ਹੋ ਗਈ। ਉਹ ਦੂਜਿਆਂ ਨੂੰ ਵੇਖ ਕੇ ਹੀ ਸਬਕ ਲੈ ਲੈਂਦਾ ਹੈ। ਇੱਕ ਅਸੀਂ ਹਾਂ ਕਿ ਠੋਕਰਾਂ ਖਾ ਕੇ ਵੀ ਸਬਕ ਨਹੀਂ ਲੈਂਦੇ। ਭਗਤ ਦੁਨੀਆ ਵੱਲ ਦੇਖ ਕੇ ਵੀ ਸਭ ਕੁਝ ਸਮਝ ਜਾਂਦਾ ਹੈ। ਆਪਣੀ ਆਪਣੀ ਸੁਰਤੀ ਬਿਰਤੀ ਤੇ ਅਕਲਮੰਦੀ ਹੈ, ਸੋਚਣ ਦਾ ਢੰਗ ਹੈ। ਏਕ ਹਮ ਹੈ, ਇੱਕ ਸਿਆਣੇ ਨੇ ਲਿਖਿਆ ਹੈ, ਏਕ ਹਮ ਹੈ कि अपनी ही सूरत को लिया है बिगाड़। एक वो हैं जिन्हें तस्वीर बनानी आती है। असी अपनी शक्ल भी खराब कर बैठने आ, एक ਉਹ ਨੇ ਜਿਹੜੇ ਰੰਗ ਲੈ ਕੇ ਤਸਵੀਰਾਂ ਬਣਾ ਦਿੰਦੇ ਨੇ, ਖੂਬਸੂਰਤ ਤਸਵੀਰਾਂ। ਆਪਣੀ ਆਪਣੀ ਮਤ ਹੈ। सारी जिंदगी दौड़ के भी, कंजूसियां करके भी खटिया कुछ नहीं। जेड़ी दौलत तू खर्च ना कर सके वो तेरी किंज होई। तू पहरेदार हो सकता है, चौकीदार हो सकता है, करी चल। मन दौड़दा है, अगां तो अगां दौड़दा है, लेकिन जितनी मर्जी दौलत, जितने मर्जी पदार्थ, जिन्नी मर्जी शोहरत प्राप्त कर लवे, टिकाऊ बिल्कुल नहीं। कबीर जी ने दुनिया की हालत देखी ते कहन लगे, मैं चंगी तरह जगत नूं ढूंढ के वेख्या है, किते अजिहा थां मैनूं लभा नहीं जिथे मन भटकणों हट गया होवे जां हट जाए। इत्थे अरबांपति भी दौड़ रहे ने, खरबांपति भी तृष्णा दे परे पए ने। होर मिले, होर मिले। झोली वड्डी हुंदी जांदी है, परदी तां दिखाई देंदी नहीं। जे मनुख पदवियां दी दौड़ विच दौड़िया है ते तां भी यही हालत है।
ਅੱਜ ਇੱਕ ਨਗਰ ਵਿੱਚ ਸ਼ੋਹਰਤ ਹੈ, ਕੱਲ ਇਲਾਕੇ ਵਿੱਚ ਹੋਵੇ, ਫਿਰ ਸੂਬੇ ਵਿੱਚ ਹੋਵੇ, ਫਿਰ ਦੇਸ਼ ਵਿੱਚ ਹੋਵੇ, ਫਿਰ ਇੰਟਰਨੈਸ਼ਨਲ ਪੱਧਰ ਤੇ ਹੋਵੇ, ਫਿਰ ਕੋਈ ਆਖਦਾ ਹੈ ਪ੍ਰਲੋਕ ਵਿੱਚ ਵੀ ਹੋਵੇ। ਸੰਤੁਸ਼ਟੀ ਕਿਤੇ ਵੀ ਨਹੀਂ। ਜਿੰਨੀ ਦੇਰ ਇਸ ਮਨ ਨੂੰ ਮਾਰ ਨਾ ਲਵਾਂਗੇ, ਸੰਤੁਸ਼ਟੀ ਹੈ ਹੀ ਨਹੀਂ। ਅਮਨ ਕਿੱਥੇ ਬਗੈਰ ਅਮਨ ਹੋ ਜਾਣ ਤੋਂ। ਕਬੀਰ ਜੀ ਕਹਿੰਦੇ ਨੇ, ਮੈਂ ਕੋਈ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ, ਮੈਂ ਢੂੰਡ ਕੀਤੀ ਹੈ, ਤਲਾਸ਼ ਕੀਤੀ ਹੈ, ਕਿਤੇ ਟਿਕਾਓ ਹੈ। ਸੰਸਾਰ ਦੀ ਦੌੜ ਵਿੱਚ ਕਿਤੇ ਟਿਕਾਓ ਨਹੀਂ, ਭਟਕਦੇ ਅਨੇਕਾਂ ਮਿਲ ਜਾਣਗੇ। ਕਬੀਰ ਦੇਖ ਦੇਖ ਜਗ ਢੂੰਡਿਆ, ਕਹੂੰ ਨਾ ਪਾਇਆ ਠੌਰ। ਕਿਤੇ ਟਿਕਾਣਾ ਨਹੀਂ ਲੱਭਾ ਜਿੱਥੇ ਮਨ ਦੀ ਭਟਕਣਾ ਮੁੱਕ ਜਾਏ। ਤੇ ਹੁਣ ਕਿਉਂਕਿ ਮੈਨੂੰ ਟਿਕਾਣੇ ਦਾ ਪਤਾ ਹੈ, ਮੈਂ ਇੱਕ ਐਲਾਨ ਕਰ ਸਕਦਾ ਹਾਂ, ਜਿਨ ਹਰ ਕਾ ਨਾਮ ਨਾ ਚੇਤਿਓ, ਕਹਾਂ ਭੁਲਾਨੇ ਔਰ। ਜਿਸ ਪ੍ਰਾਣੀ ਨੇ ਪ੍ਰਭੂ ਦੇ ਨਾਮ ਦਾ ਟਿਕਾਣਾ ਨਹੀਂ ਲੱਭਾ, ਇਹ ਹੈ ਮਨ ਨੂੰ ਸ਼ਾਂਤੀ ਸੰਤੁਸ਼ਟੀ ਦੇਣ ਵਾਲਾ ਅਸਥਾਨ। ਜਿਸ ਨੇ ਇਹ ਨਹੀਂ ਪਾਇਆ, ਉਹ ਤਾਂ ਭਟਕਦੇ ਹੀ ਰਹਿਣਗੇ। ਕਬੀਰ ਜੀ ਕਹਿੰਦੇ ਨੇ, ਕਿੱਥੇ ਭਟਕਦੇ ਫਿਰਦੇ ਹੋ, ਕਹਾਂ ਭੁਲਾਨੇ ਔਰ। ਹੋਰ ਥਾਵਾਂ ਤੇ ਕਿੱਥੇ ਭਟਕਦੇ ਹੋ, ਸਤਸੰਗੀ ਬਣੋ। ਇਹ ਰੰਗ ਕਿਧਰੇ ਲੱਗ ਜਾਏ ਅੰਦਰ, ਮਨ ਦੀ ਦੌੜ ਤਾਂ ਇੱਕ ਪਾਸੇ ਮਨ ਹੀ ਮੁੱਕ ਜਾਏ, ਮਾਲਕ ਨਾਲ ਅਭੇਦ ਹੋ ਸਕੋ। ਕਬੀਰ ਦੇਖ ਦੇਖ ਜਗ ਢੂੰਡਿਆ, ਕਹੂੰ ਨਾ ਪਾਇਆ ਠੌਰ। ਜਿਨ ਹਰ ਕਾ ਨਾਮ ਨਾ ਚੇਤਿਓ, ਕਹਾਂ ਭੁਲਾਨੇ ਔਰ। ਉਹ ਕਿੱਥੇ ਹੋਰ ਥਾਵਾਂ ਤੇ ਭਟਕਦੇ ਫਿਰਦੇ ਹੋ। ਹਰੀ ਦਾ ਨਾਮ ਸਤ ਸੰਗਤ ਵਿੱਚ, ਗੁਰੂ ਕੀ ਸੰਗਤ ਵਿੱਚੋਂ ਮਿਲਦਾ ਹੈ। ਸੁਰਤ ਜੋੜ, ਪ੍ਰਭੂ ਦੇ ਗੁਣ ਗਾਇਨ ਕਰ, ਮਨ ਦੀ ਦੌੜ ਮੁੱਕ ਜਾਏਗੀ। ਇਸ ਲਈ ਤਾਕੀਦ ਕੀਤੀ ਇਸ ਤੋਂ ਅਗਲੇ ਸ਼ਲੋਕ ਅੰਦਰ ਕਬੀਰ ਸਾਹਿਬ ਨੇ। ਕਬੀਰ ਸੰਗਤ ਕਰੀਐ ਸਾਧਕੀ, ਅੰਤ ਕਰੈ ਨਿਰਬਾਹ। ਸਾਧੂ ਦੀ ਸੰਗਤ ਕਰੀਏ, ਜਿਸ ਨੇ ਆਪਾ ਸਾਧ ਲਿਆ ਹੈ, ਉਹ ਸੰਤ ਜਨ ਰੱਬ ਨਾਲ ਅਭੇਦ ਹੈ। ਤੇਰੀ ਵੀ ਦੌੜ ਮੁਕਾ ਦੇਵੇਗਾ, ਕਿਉਂਕਿ ਖੁਦ ਸਾਧਿਆ ਹੋਇਆ ਹੈ। ਉਹ ਹਰੀ ਨਾਲ ਇੱਕ ਹੋ ਗਿਆ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨ ਜਾਣਹੁ ਮਾਨਸ ਦੇਹਾ। ਕਬੀਰ ਸੰਗਤ ਕਰੀਐ ਸਾਧਕੀ, ਅੰਤ ਕਰੈ ਨਿਰਵਾਹ। ਸਾਕਤ ਸੰਗ ਨ ਕੀਜੀਐ, ਜਾਤੇ ਹੋਏ ਬਿਨਾਹ। ਕਬੀਰ ਸਾਹਿਬ ਕਹਿੰਦੇ ਨੇ, ਸੰਗਤ ਚੰਗੀ ਬਣਾ, ਉਂਝ ਤੈਨੂੰ ਚੈਨ ਨਹੀਂ ਮਿਲਣਾ। ਜਿਹੜਾ ਚੈਨ, ਜਿਹੜੀ ਸ਼ਾਂਤੀ ਦੀ ਤਲਾਸ਼ ਹੈ ਅੰਦਰ, ਕਿ ਠੌਰ ਮਿਲ ਜਾਏ, ਟਿਕਾਣਾ ਮਿਲ ਜਾਏ ਤੇ ਇਹ ਮਨ ਭਟਕੇ ਨਾ, ਉਹ ਦੁਨੀਆ ਦੀਆਂ ਦੌੜਾਂ ਵਿੱਚੋਂ ਮਿਲਣ ਵਾਲਾ ਨਹੀਂ। ਲੱਖ ਪਦਾਰਥਾਂ ਦੇ ਪਿੱਛੇ ਦੌੜ, ਲੱਖ ਪਦਵੀਆਂ ਦਾ ਦੀਵਾਨਾ ਬਣ ਕੇ ਦੌੜਿਆ, ਫਿਰ ਗੱਲ ਬਣਨ ਵਾਲੀ ਨਹੀਂ। ਇਹ ਮਸਲਾ ਹੱਲ ਤਾਂ ਹੋਣਾ ਹੈ ਜੇ ਸੰਗਤ ਸਾਧ ਦੀ ਕਰਨੀ ਸਿੱਖ ਲਵੇਂ, ਕਿਉਂਕਿ ਠੌਰ ਟਿਕਾਣਾ ਤੇਰੇ ਅੰਦਰ ਹੈ, ਉਹ ਹੈ ਮਨ ਦੀ ਸ਼ਾਂਤੀ ਵਿੱਚ, ਮਨ ਦੇ ਸ਼ਾਂਤ ਹੋ ਜਾਣ ਵਿੱਚ। ਇਸ ਦੀਆਂ ਲਹਿਰਾਂ ਮੰਨ ਕੇ ਅਧਿਕ ਤਰੰਗ ਜਿਹੜੇ ਹਨ, ਇਹ ਮੁੱਕ ਜਾਣ। ਉਹ ਮਿਲਣੀ ਹੈ ਸ਼ਾਂਤੀ ਸਾਧ ਸੰਗਤ ਵਿੱਚ। ਸਾਧੂ ਨੇ ਸੰਸਾਰ ਦੀ ਦੌੜ ਤੋਂ ਹਟਾ, ਸੰਸਾਰ ਤੋਂ ਕੋਈ ਭਗੌੜਾ ਨਹੀਂ ਬਣਾ ਦੇਣਾ।
ਬਲਕਿ ਸੰਸਾਰ ਵਿੱਚ ਰਹਿੰਦਿਆਂ ਸਿਰਜਣਹਾਰ ਨਾਲ ਜੁੜਨ ਦੀ ਜਾਚ ਸਿਖਾ ਦੇਣੀ ਹੈ। ਰਜ਼ਾ ਵਿੱਚ ਰਾਜ਼ੀ ਰਹਿਣ ਦਾ ਢੰਗ ਸਮਝਾ ਦੇਣਾ ਹੈ। ਇਹ ਵੀ ਪਤਾ ਲੱਗ ਜਾਏਗਾ ਕਿ ਦੁਨੀਆ ਵਿੱਚ ਮਹਿਮਾਨ ਹਾਂ, ਇਹ ਦੁਨੀਆ ਕਿਸੇ ਦੀ ਠੌਰ ਨਹੀਂ, ਪੱਕਾ ਟਿਕਾਣਾ ਨਹੀਂ, ਔਰ ਜ਼ਿੰਦਗੀ ਸਵਰ ਜਾਏਗੀ। ਸਾਧੂ ਦਾ ਉਪਦੇਸ਼ ਅੰਤ ਕਾਲ ਵੀ ਤੇਰਾ ਮਦਦਗਾਰ ਬਣੇਗਾ। ਅੰਤ ਕਰੈ ਨਿਰਬਾਹ, ਇਹ ਪਰਮਾਤਮਾ ਨਾਲ ਜੋੜ ਦੇਣ ਵਾਲਾ ਹੈ। ਸਾਧੂ ਦਾ ਸੰਗ ਐਸਾ ਸੰਗ ਹੈ ਜੋ ਦਰਗਾਹੇ ਵੀ ਬਣਿਆ ਰਹਿੰਦਾ ਹੈ। ਸਾਕਤ ਦਾ ਸੰਗ ਦੁਨੀਆ ਵਿੱਚ ਵੀ ਨਿਭਦਾ ਨਹੀਂ। ਇਸ ਲਈ ਦੁਨੀਆ ਵਿੱਚ ਵਿਚਰਦਿਆਂ ਸਾਕਤ ਦੇ ਸੰਗ ਦਾ ਜਦੋਂ ਜ਼ਿਕਰ ਆਇਆ ਹੈ, ਉੱਥੇ ਸਤਿਗੁਰੂ ਜੀ ਨੇ ਬਚਨ ਲਿਖੇ ਨੇ, ਮਨ ਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ। ਇਹ ਖਾਣ ਪੀਣ ਦੇ ਸਾਧਨ ਨੇ ਇੱਕ ਦੂਜੇ ਪਾਸੋਂ। ਜਿੱਦਣ ਸਵਾਰਥ ਪੂਰਾ ਹੋ ਗਿਆ ਜਾਂ ਡਿੱਠਾ ਕਿ ਇਸ ਦੇ ਪਾਸ ਕੁਝ ਨਹੀਂ, ਫਿਰ ਮਿੱਤਰਤਾ ਟੁੱਟ ਗਈ। ਮਾਇਆ ਕਾ ਸੰਬੰਧ, ਇਹ ਕਿੰਨਾ ਚਿਰ ਨਿਭਦੀ ਹੈ? ਜਿਚਰ ਪਹਿਨਣ ਖਾਵਨੇ, ਤਿਚਰ ਰੱਖਣ ਗੰਢ। ਜਿੰਨੀ ਦੇਰ ਤੱਕ ਪਹਿਨਣ ਖਾਣ ਨੂੰ ਮਿਲਦਾ ਹੈ, ਓਨੀ ਦੇਰ ਤੂੰ ਮੇਰਾ ਮਿੱਤਰ ਹੈ, ਮੇਰਾ ਰਿਸ਼ਤੇਦਾਰ ਹੈ, ਐਸਾ ਆਖਦੇ ਨੇ। ਜਦੋਂ ਨਾ ਮਿਲੇ ਉਸ ਵੇਲੇ ਤੂੰ ਕੌਣ ਤੇ ਮੈਂ ਕੌਣ। ਜਿਤ ਦਿਨ ਕਿਛ ਨਾ ਹੋਵਈ, ਤਿਤ ਦਿਨ ਬੋਲਣ ਗੰਧ। ਇਹ ਮਾਇਆ ਦਾ ਸੰਬੰਧ ਅਜਿਹਾ ਹੀ ਹੈ। ਆਪਣੀ ਆਪਣੀ ਗਰਜ਼ ਨਾਲ ਬੱਝੇ ਹੋਏ ਲੋਕ ਇੱਕ ਦੂਜੇ ਦੀ ਨੇੜਤਾ 'ਚ ਰਹਿੰਦੇ ਨੇ, ਔਰ ਨੇੜਤਾ ਕਦੋਂ ਦੂਰੀਆਂ ਵਿੱਚ ਬਦਲ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ। ਪਰ ਸਾਧੂ ਨੂੰ ਕੋਈ ਸਾਡੇ ਪਾਸੋਂ ਲਾਲਚ ਨਹੀਂ। ਸਾਧੂ ਗੁਰੂ ਨਿਰੰਕਾਰ ਨਾਲ ਜੁੜਿਆ ਹੋਇਆ ਹੈ, ਇੱਕ ਰੂਪ ਹੋ ਗਿਆ ਹੈ, ਤੇ ਐਸਾ ਉਪਦੇਸ਼ ਦਿੰਦਾ ਹੈ, ਐਸਾ ਰੰਗ ਭਰ ਦਿੰਦਾ ਹੈ ਜ਼ਿੰਦਗੀ ਵਿੱਚ ਕਿ ਉਹ ਦਰਗਾਹੇ ਵੀ ਨਾਲ ਨਿਭ ਜਾਏ। ਇਸੇ ਲਈ ਸਾਧੂ ਦਾ ਸੰਗ ਨਾਲ ਨਿਭਣ ਵਾਲਾ ਆਖਿਆ ਗਿਆ ਕਿ ਸਾਧੂ ਨੇ ਰੰਗਤ ਉਹ ਲਾ ਦਿੱਤੀ ਹੈ ਕਿ ਦਰਗਾਹੇ ਵੀ ਮਨੁੱਖ ਸੁਰਖਰੂ ਹੈ। ਅੰਤ ਕਰੈ ਨਿਰਬਾਹ, ਸਾਥ ਦੇਣ ਵਾਲਾ ਹੈ। ਸਾਕਤ ਸੰਗ ਨਾ ਕੀਜੀਐ, ਜਾਤੇ ਹੋਏ ਬਿਨਾਹ। ਕਬੀਰ ਸਾਹਿਬ ਕਹਿੰਦੇ ਨੇ, ਪਰਮਾਤਮਾ ਨਾਲੋਂ ਟੁੱਟੇ ਬੰਦਿਆਂ ਦੀ ਸੰਗਤ ਨਾ ਕਰੀ, ਇਹ ਸੋਬਤ ਚੰਗੀ ਨਹੀਂ। ਇਸ ਨੇ ਤੇਰਾ ਨੁਕਸਾਨ ਹੀ ਕਰਨਾ ਹੈ, ਲਾਭ ਨਹੀਂ। ਕਿਸੇ ਵੀ ਹਾਲਤ ਵਿੱਚ ਸਾਕਤ ਬੰਦੇ ਦੀ ਸੰਗਤ ਲਾਭ ਪਹੁੰਚਾ ਸਕਣ ਦੇ ਸਮਰੱਥ ਨਹੀਂ। ਹਾਂ, ਸਾਧੂ ਦੀ ਸੰਗਤ ਤਾਂ ਲਾਭ ਪਹੁੰਚਾਏਗੀ, ਕਿਉਂਕਿ ਉੱਥੇ ਤਾਂ ਸੰਤ ਜਪਾਵੇ ਨਾਮ, ਐਸੀ ਅਵਸਥਾ ਹੈ। ਉਹ ਤਾਂ ਝੌਂਪੜੀ ਵਿੱਚ ਵੀ ਬੈਠਾ ਹੈ ਤੇ ਜਾ ਸੰਗ ਕਰੀ ਰੰਗ ਲੈ ਕੇ ਮੁੜੇਗਾ। ਸਾਕਤ ਮਹੱਲਾਂ ਵਿੱਚ ਵੀ ਬੈਠਾ ਹੋਵੇ, ਸੰਬੰਧ ਨਾ ਬਣਾਈ। ਇਸ ਤੋਂ ਦੂਰ ਹੀ ਠੀਕ ਹੈ। ਸਾਕਤ ਸੰਗ ਨ ਕੀਜੀਐ, ਜਾਤੇ ਹੋਏ ਬਿਨਾਹ। ਬਿਨਾਹ ਦਾ ਮਤਲਬ ਹੈ ਨਾਸ। ਆਤਮਕ ਤੌਰ ਤੇ ਮੌਤ। ਤੈਨੂੰ ਪਰਮਾਤਮਾ ਦੇ ਨਾਮ ਨਾਲ ਸਾਕਤ ਨੇ ਕੀ ਜੋੜਨਾ ਹੈ? ਖੁਦ ਟੁੱਟਾ ਹੋਇਆ ਹੈ। ਤੇ ਨਾਮ ਤੋਂ ਟੁੱਟੇ ਮਨੁੱਖ ਦੀ ਜ਼ਿੰਦਗੀ ਦਾ ਕੋਈ ਅਰਥ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਫਰਮਾਇਆ,
जा मैं भजन राम को नाही, तेह नर जन्म अकारथ खोया, यह राखो मन माही। ਇਹ ਪੱਕੀ ਗੱਲ ਮਨ ਵਿੱਚ ਵਸਾ ਲੈ ਕਿ ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਨਾਲ ਪ੍ਰੀਤ ਨਹੀਂ ਬਣਾਈ, ਉਸ ਨੇ ਆਪਣਾ ਸਾਰਾ ਜਨਮ ਜੀਵਨ ਗਵਾ ਲਿਆ ਹੈ। ਤੂੰ ਉਸ ਦੀ ਸੰਗਤ ਵਿੱਚੋਂ ਕੀ ਖੱਟਣਾ ਹੈ? ਨੁਕਸਾਨ ਹੀ ਨੁਕਸਾਨ ਹੈ। ਬੁਰਾਈਆਂ ਲੈ ਕੇ ਪਰਤੇਗਾ, ਚੰਗਿਆਈਆਂ ਦਾ ਸਵਾਲ ਹੀ ਨਹੀਂ। ਇਸ ਲਈ ਕਬੀਰ ਜੀ ਸਾਵਧਾਨ ਕਰਦੇ ਹਨ, ਸਾਧੂ ਦੀ ਸੰਗਤ ਕਰੀ, ਸਾਕਤ ਦੀ ਸੰਗਤ ਤੋਂ ਦੂਰ ਰਹੀ। ਸ਼ਲੋਕ ਨੰਬਰ 94 ਅੰਦਰ ਬਚਨ ਹੈ, ਕਬੀਰ ਜਗ ਮਹਿ ਚੇਤਿਓ ਜਾਨ ਕੈ, ਜਗ ਮਹਿ ਰਹਿਓ ਸਮਾਏ। ਜਿਨ ਹਰਿ ਕਾ ਨਾਮ ਨ ਚੇਤਿਓ, ਬਾਧਹਿ ਜਨਮੇ ਆਏ। ਸ਼ਾਂਤੀ ਦਾ ਟਿਕਾਣਾ, ਮਨ ਦੇ ਟਿਕਾ ਦੀ ਠੌਰ ਪ੍ਰਭੂ ਦਾ ਨਾਮ ਹੀ ਹੈ। ਜਿਨ੍ਹਾਂ ਪ੍ਰਾਣੀਆਂ ਨੇ ਸੰਸਾਰ ਵਿੱਚ ਆ ਕੇ ਉਸ ਮਾਲਕ ਨੂੰ ਇਸ ਢੰਗ ਨਾਲ ਪਹਿਚਾਣਿਆ ਹੈ ਕਿ ਉਹ ਜਗਤ ਵਿੱਚ ਰਮਿਆ ਹੋਇਆ ਹੈ। ਜਗ ਮਹਿ ਚੇਤਿਓ ਜਾਨ ਕੈ, ਜਗ ਮਹਿ ਰਹਿਓ ਸਮਾਏ। ਕਿ ਉਹ ਜਗਤ ਵਿੱਚ ਰਮਿਆ ਹੋਇਆ ਪਰਮਾਤਮਾ ਹੈ। ਸੰਸਾਰ ਤੇ ਆਉਣਾ ਉਹਨਾਂ ਦਾ ਹੀ ਸਫਲਾ ਹੈ। ਜਿਨ ਹਰਿ ਕਾ ਨਾਮ ਨ ਚੇਤਿਓ, ਬਾਧਹਿ ਜਨਮੇ ਆਏ। ਜਿਨ੍ਹਾਂ ਹਰੀ ਨਾਮ ਚੇਤੇ ਨਹੀਂ ਕੀਤਾ, ਉਹਨਾਂ ਦਾ ਸੰਸਾਰ ਤੇ ਆਉਣਾ ਕਿਸ ਅਰਥ? ਬੇਕਾਰ ਹੈ, ਬੇਅਰਥ ਹੈ। ਪ੍ਰਭੂ ਨਾਮ ਤੋਂ ਟੁੱਟਾ ਹੋਇਆ ਮਨੁੱਖ ਲੱਖ ਕਰਮ ਕਾਂਡੀ ਵੀ ਕਿਉਂ ਨਾ ਹੋਵੇ, ਜੋ ਧਰਮ ਦੇ ਹੀ ਕਰਮ ਪ੍ਰਤੀਤ ਹੁੰਦੇ ਹੋਣ, ਪਰ ਅਗਿਆਨਤਾ ਵਿੱਚੋਂ ਉਪਜੀਆਂ ਹੋਈਆਂ ਉਹ ਵਿਚਾਰਾਂ ਹੋਣ, ਤਾਂ ਉਹ ਕਿਸੇ ਅਰਥ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਾਂ ਇੱਕ ਫੈਸਲਾ ਦੇ ਦਿੱਤਾ ਹੈ, ਸਗਲ ਸਰੀਰ ਆਵਤ ਸਭ ਕਾਮ। ਪਸ਼ੂ ਪੰਛੀਆਂ ਦੇ ਸਰੀਰ ਵੀ ਕੰਮ ਆ ਜਾਂਦੇ ਨੇ, ਕਿਤੇ ਕਿਸੇ ਦਾ ਚਮੜਾ ਕੰਮ ਆ ਜਾਏ, ਕੋਈ ਕਿਸੇ ਦੀ ਖੁਰਾਕ ਹੀ ਬਣ ਜਾਂਦਾ ਹੈ। ਨਿਹਫਲ ਮਾਨੁਖ ਜਪੈ ਨਹੀਂ ਨਾਮ। ਮਨੁੱਖ ਦਾ ਸਰੀਰ ਨਿਸਫਲ ਹੈ, ਸਭ ਤੋਂ ਉੱਤਮ ਹੋਣ ਦੇ ਬਾਵਜੂਦ ਵੀ, ਕਿਉਂਕਿ ਉੱਤਮ ਕੰਮ ਨਾ ਇਸਨੇ ਕੀਤਾ। ਨਿਹਫਲ ਮਾਨੁਖ ਜਪੈ ਨਹੀਂ ਨਾਮ। ਜੇ ਇਸਨੇ ਪ੍ਰਭੂ ਨਾਮ ਨਹੀਂ ਜਪਿਆ। ਇੱਕ ਹੋਰ ਬਚਨ ਅੰਦਰ ਪੰਚਮ ਪਾਤਸ਼ਾਹ ਕਹਿੰਦੇ ਨੇ, ਕਣ ਬਿਨਾ ਜੈਸੇ ਥੋਥਰ ਤੁਖਾ। ਜਿਵੇਂ ਚੌਲ ਦਾ ਦਾਣਾ ਤੇ ਅੰਦਰ ਨਾ ਹੋਵੇ, ਪਰ ਉੱਪਰਲਾ ਛਿਲਕਾ ਛਿਲਕਾ ਹੋਵੇ। ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ। ਜਿਸ ਅੰਦਰ ਨਾਮ ਨਹੀਂ, ਉਹ ਮੁਖ ਸੁੰਨਾ ਹੈ, ਉਹ ਕੇਵਲ ਛਿਲਕਾ ਹੀ ਹੈ। ਸਰੀਰ ਵੀ, ਅੰਦਰ ਕੋਈ ਰਸਤਾ ਨਹੀਂ। ਇੱਕ ਹੀ ਸਮਝਣ ਵਾਲੀ ਜ਼ਰੂਰੀ ਗੱਲ ਹੈ, ਤੇ ਉਹ ਹੈ ਕਿ ਇਹ ਇਨਸਾਨ ਭਗਵਾਨ ਦੇ ਭਜਨ ਬਿਨ ਨਿਕੰਮਾ ਹੈ। ਜਿਨ ਹਰਿ ਕਾ ਨਾਮ ਨ ਚੇਤਿਓ, ਬਾਧਹਿ ਜਨਮੇ ਆਏ। ਉਹਨਾਂ ਦਾ ਸੰਸਾਰ ਤੇ ਆਉਣਾ ਬੇਕਾਰ ਹੈ, ਬੇਅਰਥ ਹੈ, ਕਿਸੇ ਕੰਮ ਨਾ ਆ ਸਕੇ। 95 ਨੰਬਰ ਸ਼ਲੋਕ ਅੰਦਰ ਫਰਮਾਨ ਹੈ, ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ। ਨਰਕ ਪਰਹਿ ਤੇ ਮਾਨਈ, ਜੋ ਹਰਿ ਨਾਮ ਉਦਾਸ। ਸਵਾਲ ਚੱਲ ਰਿਹਾ ਹੈ ਕਿ
ਦੁਨੀਆ ਖੋਜ ਕੇ ਦੇਖ ਲਈ, ਪਰ ਚਿੱਤ ਨੂੰ ਟਿਕਾਓ ਵਾਲਾ ਅਸਥਾਨ ਨਾ ਮਿਲਿਆ ਜਿੱਥੇ ਸ਼ਾਂਤੀ ਮਿਲੇ, ਕਹੂੰ ਨਾ ਪਾਇਓ ਠੌਰ। ਹੁਣ ਕਬੀਰ ਜੀ ਕਹਿੰਦੇ ਨੇ ਟਿਕਾਣਾ ਤਾਂ ਇੱਕ ਹੈ, ਬਾਰ-ਬਾਰ ਸਾਨੂੰ ਉਸ ਟਿਕਾਣੇ ਦੀ ਸਮਝ ਬਖਸ਼ ਰਹੇ ਹਨ ਕਬੀਰ ਸਾਹਿਬ। ਕਬੀਰ ਆਸਾ ਕਰੀਐ ਰਾਮ ਕੀ, ਸਾਧ ਸੰਗਤ ਵਿੱਚ ਜੁੜੇਗਾ, ਸੁਭਾਵਕ ਹੈ ਸਿਰਜਣਹਾਰ ਦਾ ਰੰਗ ਲੱਗੇਗਾ। ਡੋਰੀ ਉਸ ਤੇ ਰੱਖਣੀ ਹੈ, ਪ੍ਰਭ ਡੋਰੀ ਹਾਸ ਤੁਮਾਰੇ। ਕਬੀਰ ਆਸਾ ਕਰੀਐ ਰਾਮ ਕੀ, ਓਟ ਤੱਕਣੀ ਹੈ ਤਾਂ ਉਸ ਇੱਕ ਨਿਰੰਕਾਰ ਦੀ। ਹਜ਼ੂਰ ਕਹਿੰਦੇ ਨੇ ਤਜਹੁ ਸਿਆਨਪ ਸੁਰਜਨਹੁ, ਸਿਮਰਹੁ ਹਰਿ ਹਰਿ ਰਾਏ। ਏਕ ਆਸ ਹਰਿ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਭ ਮਿਟ ਜਾਣਗੇ। ਪੰਚਮ ਪਾਤਸ਼ਾਹ ਨੇ ਆਖਿਆ ਹੈ, ਮੈਂ ਤਾਂ ਤੇਰੀ ਹੀ ਓਟ ਤੱਕੀ ਹੈ। ਤੁਝ ਬਿਨ ਅਵਰ ਨਾਹੀ ਮੈਂ ਦੂਜਾ, ਤੂੰ ਮੇਰੇ ਮਨ ਮਾਹੀ। ਤੂੰ ਸਾਜਨ ਸੰਗੀ ਪ੍ਰਭ ਮੇਰਾ, ਕਾਹੇ ਜੀ ਡਰਾਹੀ। ਕਿਉਂ ਕਿਸੇ ਪ੍ਰਕਾਰ ਦਾ ਕੋਈ ਡਰ ਅੰਦਰ ਰਹਿ ਜਾਏ, ਜਦ ਤੂੰ ਮੇਰਾ ਸਾਥੀ ਏ, ਤੇਰਾ ਮੈਂ ਸਹਾਰਾ ਤੱਕ ਲਿਆ ਹੈ। ਤੁਮਰੀ ਓਟ ਤੁਮਾਰੀ ਆਸਾ, ਊਠਤ ਬੈਠਤ ਸੋਵਤ ਜਾਗਤ। ਵਿਸਰ ਨਾਹੀਂ ਤੂੰ ਸਾਸ ਗਿਰਾਸਾ। ਇੱਕ ਇੱਕ ਸਾਹ ਨਾਲ ਜਿਸ ਨੂੰ ਮਾਲਕ ਚੇਤੇ ਹੈ, ਉਸ ਨੂੰ ਕੋਈ ਭਉ ਨਹੀਂ। ਕਬੀਰ ਜੀ ਕਹਿੰਦੇ ਨੇ ਆਸ ਕਰ ਉਸ ਇੱਕ ਦੀ। ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਨ ਆਧਾਰਾ। ਮੇਰੇ ਪ੍ਰਾਣਾਂ ਦੇ ਸਹਾਰੇ ਪ੍ਰਭੂ ਤੇਰੇ ਬਿਨ ਮੇਰਾ ਕੌਣ ਹੈ। ਸਵਾਲ ਤਾਂ ਅਸਲੀ ਇਹੀ ਹੈ ਕਿ ਮਨੁੱਖ ਜਾਣ ਲਵੇ। ਸਤਿਗੁਰੂ ਕਹਿੰਦੇ ਨੇ ਕਿਸੇ ਨੇ ਕਿਸੇ ਤੇ ਭਰੋਸਾ ਕੀਤਾ ਹੋਵੇਗਾ, ਕਿਸੇ ਨੇ ਕਿਸੇ ਤੇ, ਕਿਸੇ ਨੇ ਆਪਣੇ ਤਪ ਤੇ ਮਾਣ ਕੀਤਾ ਹੋਵੇਗਾ ਕਿ ਮੈਂ ਬੜੇ ਤਪ ਸਾਧੇ ਨੇ, ਕਿਸੇ ਨੇ ਹੋਮ ਜਗ ਤੇ, ਕਿਸੇ ਨੇ ਮਿੱਤਰਾਂ ਦੋਸਤਾਂ ਤੇ, ਪਰ ਮੈਨੂੰ ਤਾਂ ਤੇਰੇ ਬਿਨ ਕੋਈ ਹੋਰ ਆਸ ਨਹੀਂ। ਕਿਨਹੀ ਕੀਆ ਪਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਬਿਸਥਾਰਾ। ਕੋਈ ਯੋਗ ਆਸਣ ਸਾਧਦਾ ਹੈ, ਕਿਨਹੀ ਨਿਵਲ ਭੁਯੰਗਮ ਸਾਧੇ। ਮੋਹਿ ਦੀਨ ਹਰਿ ਹਰਿ ਆਰਾਧੇ। ਤੇਰਾ ਭਰੋਸਾ ਪਿਆਰੇ, ਆਨ ਨਾ ਜਾਣਾ ਵੇਸਾ। ਇੱਕ ਤੇਰਾ ਹੀ ਸਹਾਰਾ ਹੈ। ਕਈ ਘਰ-ਬਾਰ ਛੱਡ ਕੇ ਜੰਗਲਾਂ ਦਾ ਸਹਾਰਾ ਖੋਜਦੇ ਰਹੇ। ਕਿਸੇ ਸੋਚਿਆ ਮੋਨੀ ਬਣ ਗਿਆ ਹਾਂ, ਮੌਨ ਦਾ ਆਸਰਾ ਹੈ। ਕਿਸੇ ਨੇ ਸੋਚਿਆ ਕਿ ਮੈਂ ਹੀ ਭਗਤੀਆ ਹਾਂ। ਹਜ਼ੂਰ ਕਹਿੰਦੇ ਨੇ ਨਹੀਂ। ਕਿਨਹੀ ਗ੍ਰਹਿ ਤਜ ਵਣਖੰਡ ਪਾਇਆ, ਕਿਨਹੀ ਮੋਨ ਅਵਤੂਤ ਸਦਾਇਆ। ਕੋਈ ਕਹਿਤੋ ਅਨੰਨ ਭਗਉਤੀ, ਮੋਹਿ ਦੀਨ ਹਰਿ ਹਰਿ ਓਟ ਲੀਤੀ। ਹੋਰ ਵੀ ਲੋਕ ਨੇ। ਕਿਨਹੀ ਕਹਿਆ ਹਉ ਤੀਰਥ ਵਾਸੀ, ਕੋਈ ਅੰਨ ਤਜ ਭਇਆ ਉਦਾਸੀ। ਕੋਈ ਭ੍ਰਮਣ ਕਰ ਰਿਹਾ ਹੈ, ਦੁਨੀਆ ਦਾ ਰੁਕਦਾ ਹੀ ਨਹੀਂ ਕਿਤੇ। ਕਿਨਹੀ ਭਵਨ ਸਭ ਧਰਤੀ ਕਰਿਆ, ਮੋਹਿ ਦੀਨ ਹਰ ਹਰ ਦਰ ਪਰਿਆ। ਕਿਸੇ ਨੂੰ ਕੁਲ ਦਾ ਮਾਣ ਹੋਵੇਗਾ, ਕੋਈ ਕਹਿੰਦਾ ਹੋਵੇਗਾ ਮੇਰਾ ਕਬੀਲਾ ਵੱਡਾ ਹੈ, ਭਰਾ ਬਾਹਾਂ ਹੁੰਦੇ ਨੇ। ਕੋਈ ਆਖਦਾ ਧਨ ਮੇਰਾ ਆਸਰਾ ਹੈ, ਮੈਂ ਧਨਵਾਨ ਹਾਂ, ਮੇਰਾ ਸਹਾਰਾ ਤੇ ਤੂੰ ਹੀ ਹੈ। ਕਿਨਹੀ ਕਹਿਆ ਮੈਂ ਕੁਲ ਹੈ ਵਡਿਆਈ, ਕਿਨਹੀ ਕਹਿਆ ਬਾਹ ਬਹੁ ਭਾਈ। ਕੋਈ ਕਹੈ ਮੈਂ ਤਨਹਿ ਪਸਾਰਾ, ਮੋਹਿ ਦੀਨ ਹਰਿ ਹਰਿ ਆਧਾਰਾ। ਕਬੀਰ ਜੀ ਨੇ ਤਾਕੀਦ ਕੀਤੀ ਹੈ ਇਸ ਸ਼ਲੋਕ ਅੰਦਰ ਕਿ ਉਸ ਇੱਕ ਰਾਮ ਦੀ ਹੀ ਆਸ ਰੱਖੋ, ਸਹਾਰਾ ਤੱਕੋ। ਬਾਕੀ ਦੀਆਂ ਆਸਾਂ
ਤੋਂ ਨਿਰਾਸ ਹੋ ਜਾ, ਇਹ ਕੰਮ ਆਉਂਦੀਆਂ ਹੀ ਨਹੀਂ। ਹੋਰ ਆਸਾਂ ਰੱਖੇਗਾ, ਨਿਰਾਸ਼ ਪਰਤੇਗਾ। ਕਿਉਂ ਨਹੀਂ ਪਹਿਲੇ ਹੀ ਇਹਨਾਂ ਦਾ ਪੱਲਾ ਛੱਡ ਦਿੰਦਾ ਤੇ ਮਾਲਕ ਦਾ ਪੱਲਾ ਪਕੜ ਲੈਂਦਾ। ਕਬੀਰ ਜੀ ਕਹਿੰਦੇ ਨੇ, ਜਿਨ੍ਹਾਂ ਨੇ ਇਹ ਗਲਤੀ ਜ਼ਿੰਦਗੀ ਵਿੱਚ ਕੀਤੀ ਹੈ ਕਿ ਇੱਕ ਮਾਲਕ ਦੀ ਆਸ ਛੱਡ ਕੇ ਅਵਰੈ ਆਸ ਕਰਨ ਲੱਗ ਪਏ, ਮਾਲਕ ਵੱਲੋਂ ਮੁੱਖ ਮੋੜ ਲਿਆ। ਨਰਕ ਪਰਹਿ ਤੇ ਮਾਨਈ, ਜੋ ਹਰਿ ਨਾਮ ਉਦਾਸ। ਹਰੀ ਨਾਮ ਵੱਲੋਂ ਜੋ ਉਦਾਸ ਹੋ ਗਏ, ਭਾਵ ਮੂੰਹ ਦੂਜੇ ਪਾਸੇ ਘੁਮਾ ਲਿਆ, ਨਾਮ ਛੱਡ ਬੈਠੇ। ਪ੍ਰਭੂ ਭਗਤੀ ਦਾ ਸੰਗ ਜਿੰਨਾ ਛੱਡ ਦਿੱਤਾ। ਨਰਕ ਪਰਹਿ ਤੇ ਮਾਨਈ, ਉਹ ਮਾਨਵ, ਉਹ ਮਨੁੱਖ ਨਰਕ ਵਿੱਚ ਪੈਂਦੇ ਨੇ, ਸਦਾ ਦੁਖੀ ਰਹਿੰਦੇ ਨੇ। ਸਤਿਗੁਰੂ ਜੀ ਨੇ ਵੀ ਮੋਹਰ ਲਾਈ ਹੈ ਇਸ ਗੱਲ ਤੇ ਕਿ ਦਰਗਾਹੇ ਵੀ ਹਸ਼ਰ ਬੁਰਾ ਹੁੰਦਾ ਹੈ। ਉਹ ਗੰਦਗੀ ਦੇ ਕੀੜੇ ਹਨ। ਤੀਜੇ ਪਾਤਸ਼ਾਹ ਕਹਿੰਦੇ ਨੇ, ਜਿਨੀ ਨਾਮ ਵਿਸਾਰਿਆ, ਬਹੁ ਕਰਮ ਕਮਾਵਹਿ ਹੋਰ। ਨਾਨਕ ਜੰਪੁਰ ਬੱਧੇ ਮਾਰੀਐ, ਜਿਉ ਸੰਨੀ ਉੱਪਰ ਚੋਰ। ਜਿਵੇਂ ਸੰਨ ਤੋਂ ਚੋਰ ਪਕੜਿਆ ਜਾਏ, ਹੋਰ ਕੀ ਸਬੂਤ ਚਾਹੀਦਾ ਹੈ? ਦੰਡ ਮਿਲੇਗਾ। ਮਨੁੱਖੀ ਜਾਮਾ ਪਾ ਕੇ ਸਿਰਜਣਹਾਰ ਦੀ ਯਾਦ ਭੁਲਾ ਦੇਣ ਵਾਲੇ ਇਨਸਾਨ ਨਰਕ ਹੀ ਭੋਗਦੇ ਹਨ। ਸਤਿਗੁਰੂ ਜੀ ਨੇ ਆਖਿਆ ਹੈ, ਮੈਂ ਇਹਨਾਂ ਨੂੰ ਇਨਸਾਨ ਵੀ ਕਿਵੇਂ ਆਖਾਂ? ਪਸ਼ੂ ਨੇ। ਆਵਨ ਆਏ ਸ੍ਰਿਸ਼ਟ ਮਹਿ, ਬਿਨ ਬੂਝੇ ਪਸ ਢੋਰ। ਨਾਨਕ ਗੁਰਮੁਖ ਸੋ ਬੁੱਝੈ, ਜਾ ਕੇ ਭਾਗ ਮਥੋਰ। ਵੱਡੇ ਭਾਗਾਂ ਵਾਲੇ ਨੇ ਉਹ, ਕਿਸਮਤਵਾਨ ਨੇ ਉਹ, ਜਿਨ੍ਹਾਂ ਨੇ ਇਸ ਸੱਤ ਨੂੰ ਜਾਣ ਲਿਆ। ਬਾਬਾ ਫਰੀਦ ਜੀ ਦਾ ਫੈਸਲਾ ਵੀ ਕਬੀਰ ਜੀ ਦੇ ਨਾਲ ਮਿਲਦਾ ਹੈ। ਉਹ ਵੀ ਆਪਣੇ ਸ਼ਲੋਕਾਂ ਵਿੱਚ ਕਹਿੰਦੇ ਨੇ, ਫਰੀਦਾ ਤਿਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਮ। ਜਿਨ੍ਹਾਂ ਨਾਮ ਵਿਸਾਰ ਦਿੱਤਾ ਹੈ, ਦੁਨੀਆ ਲੱਖ ਆਖੇ ਖੂਬਸੂਰਤ ਨੇ, ਪਰ ਮੈਂ ਤਾਂ ਅੰਦਰਲੀ ਤਸਵੀਰ ਪੜ੍ਹਨਾ ਹਾਂ, ਬੜੇ ਡਰਾਉਣੇ ਮਨੁੱਖ ਨੇ, ਕਿਉਂਕਿ ਬਿਰਤੀਆਂ ਭਿਅੰਕਰ ਨੇ ਤਿਨਾਂ ਦੇ ਅੰਦਰ। ਫਰੀਦਾ ਤਿਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ। ਐਥੇ ਦੁੱਖ ਘਨੇਰਿਆ, ਅੱਗੇ ਠੌਰ ਨ ਠਾਉ। ਜੇ ਮੰਦੇ ਕੰਮ ਕਮਾਏ ਨੇ ਤੇ ਨਤੀਜਾ ਮੰਦਾ ਹੀ ਹੋਣਾ ਹੈ। ਬੁਰਾਈਆਂ ਵਿੱਚ ਜ਼ਿੰਦਗੀ ਬਿਤਾਈ, ਇੱਥੇ ਵੀ ਦੁੱਖ ਭੋਗੇ, ਦਰਗਾਹੇ ਵੀ ਟੋਈ ਨਾ ਮਿਲੀ। ਕਬੀਰ ਜੀ ਕਹਿੰਦੇ ਨੇ, ਨਰਕ ਪਰਹਿ ਤੇ ਮਾਨਈ, ਜੋ ਹਰਿ ਨਾਮ ਉਦਾਸ। ਜੋ ਹਰੀ ਨਾਮ ਵੱਲੋਂ ਪਾਸੇ ਹੋ ਗਏ ਨੇ, ਮੂੰਹ ਮੋੜ ਲੈਂਦੇ ਨੇ, ਉਹ ਸਦਾ ਨਰਕ ਵਿੱਚ ਪੈ ਰਹਿੰਦੇ ਨੇ। ਜ਼ਿੰਦਗੀ ਹੀ ਉਹਨਾਂ ਦੀ ਨਰਕ ਬਣ ਜਾਂਦੀ ਏ। ਸਦਾ ਦੁਖੀ ਰਹਿੰਦੇ ਨੇ, ਆਨੰਦ ਤੋਂ ਦੂਰੀਆਂ ਬਣੀਆਂ ਰਹਿੰਦੀਆਂ ਨੇ। ਮਨੁੱਖਾ ਜਨਮ ਦੀ ਸਫਲਤਾ ਦਾ ਲਾਹਾ ਨਹੀਂ ਖੱਟ ਸਕਦੇ। ਵਾਹਿਗੁਰੂ ਜੀ ਕਿਰਪਾ ਕਰਨ, ਅਸੀਂ ਕਬੀਰ ਜੀ ਦੇ ਇਹਨਾਂ ਬਚਨਾਂ ਵਿੱਚੋਂ ਉਪਦੇਸ਼ ਪ੍ਰਾਪਤ ਕਰਕੇ ਆਪਣੇ ਇਨਸਾਨੀ ਜਾਮੇ ਨੂੰ ਸਫਲ ਬਣਾ ਸਕੀਏ ਤੇ ਜੋ ਇਸ ਦਾ ਮਕਸਦ ਹੈ ਭਗਵਾਨ ਨਾਲ ਅਭੇਦ ਹੋਣਾ, ਉਸ ਵਿੱਚ ਸਫਲਤਾ ਕਾਮਯਾਬੀਆਂ ਪ੍ਰਾਪਤ ਕਰ ਸਕੀਏ। ਗੁਰਬਾਣੀ ਵਿਚਾਰਦਿਆਂ, ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।